तेरे कवन कवन गुण कह कह गावा। तू साहिब गुणी निधाना। तुमरी महिमा बरन ना साको। तू ठाकुर उच भगवाना। ज्ञान ध्यान किछ कर्म ना जाना। नाहिन निर्मल करनी। साध संगत के अंचल लावहो। बिखम नदी जाए तरणी। जुगो जुग अटल शब्द गुरु धन धन साहिब श्री गुरु ग्रंथ साहिब जी की पावन बाणी गुर इतिहास ते गुरु सिद्धांत नाल सांझ पाण लई जूम दे राही जुड़ बैठी सरबत संगत जीओ सनिमर फतेह प्रवान करनी। वाहिगुरु जी का खालसा वाहिगुरु जी की फतेह। गुरु पातशाह दी निरंकार पिता दी अपार रहमत सदका ਆਪਾਂ ਬਾਬਾ ਨਾਨਕ ਜੀ ਦੇ ਨੌਵੇਂ ਜਾਮੇ ਰਾਹੀਂ ਬਖਸ਼ਿਸ਼ ਹੋਏ ਸ਼ਬਦ ਉਹਨਾਂ ਦੀ ਲੜੀਵਾਰ ਸਾਂਝ ਕਰ ਰਹੇ ਸੀ। ਇਸੇ ਹੀ ਲੜੀ ਵਿੱਚ ਅੱਜ ਸੋਰਠ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 633 ਤੇ ਸੁਭਾਇਮਾਨ ਸ਼ਬਦ ਜਿਹੜਾ ਹੈ, ਦੋ ਸ਼ਬਦਾਂ ਦੀ ਆਪਾਂ ਸਾਂਝ ਕਰਨ ਦਾ ਯਤਨ ਕਰਾਂਗੇ। ਸੋ ਪਹਿਲਾਂ ਸ਼ਬਦ ਦਾ ਪਾਠ ਕਰ ਲੈਂਦੇ ਆ, ਫਿਰ ਨਾਲ ਨਾਲ ਆਪਾਂ ਸੰਖੇਪ ਵਿਚਾਰ ਕਰੀ ਜਾਵਾਂਗੇ ਜੀਓ। सोरठ महला नौवा। रे नर एह साची जी आधार। सगल जगत है जैसे सुपना। बिन सत लगत ना बार। रहाओ बारो पीत बनाई रच पच। रहत नहीं दिन चार। तैसे ही यह सुख माया के उलझो कहाँ गवार। अज हूँ समझ कछ बिगड़ो नाहिन। भजले नाम मुरार। कहो नानक निज मत साधन को। पाख्यो तो हे पुकार। शब्द का पहला बंद रहाव का बंद है, बहुत लंबेरा शब्द नहीं है। और जिमें असी गुरु तेग बहादुर पातशाह राही बख्शिश होए बहुत सारे शब्दों में देखते हैं। मन नूं संबोधन है, जिंद नूं संबोधन है और संसार की नाशमानता बारे बार बार साहिब जिड़ कराउंदे ने कि जिस संसार नूं, संसार के संबंधां नूं, संसार दीआं पदार्थां जिन्हां दे विचों तूं सुख माणन की लालसा रखदा है, उन्हां नाल तूं बहुत गहरा संबंध रखदा है, बहुत डूंगा जुड़िया हुए हैं। और जिहड़ा सारा कुछ बिनसनहार है, जिस नाल पता नहीं कदों विछोड़ा हो जाना है, ते जिहड़ा आद अंत तक रखणहार है, वो नाल है, संभाल करन वाला है, ਉਹਨੂੰ ਭੁੱਲਿਆ भी कदे चेते विच नहीं लिआउंदा। तो साहिब बख्शिश करके समझा रहे ने, रे नर यह साची जीत हार। सगल जगत है जैसे सुपना। बिन सत लगत ना बार। रहाओ हे भाई मनुखा नूं संबोधन है, हे सत्संगी जनों, हे मनुखो, अपने मन विच ये गल पक्की तरह बिठा लो, धार लो, समझ लो
ਕਿ ਜਿਸ ਸੰਸਾਰ ਨਾਲ ਤੇ ਸੰਸਾਰ ਦੇ ਪਦਾਰਥਾਂ ਨਾਲ ਤੇ ਸੰਸਾਰ ਦੇ ਸੰਬੰਧਾਂ ਨਾਲ ਤੁਸੀਂ ਬਹੁਤ ਗਹਿਰਾ ਜੁੜੇ ਹੋਏ ਹੋ, ਉਹਨਾਂ ਤੇ ਬੜਾ ਮਾਣ ਕਰਦੇ ਹੋ, ਬੜਾ ਭਰੋਸਾ ਕਰਦੇ ਹੋ ਔਰ ਉਹਨਾਂ ਦੇ ਪ੍ਰਤੀ ਹਮੇਸ਼ਾ ਜਾਗਰੂਕ ਸੁਚੇਤ ਰਹਿੰਦੇ ਹੋ। ਉਹਨਾਂ ਸੰਬੰਧਾਂ ਨੂੰ ਬਣਾਉਣ ਲਈ, ਉਹਨਾਂ ਸੰਸਾਰ ਦੇ ਪਦਾਰਥਾਂ ਨੂੰ ਭੋਗਣ ਲਈ, ਮਾਣਨ ਲਈ ਔਰ ਉਹਨਾਂ ਸੰਸਾਰ ਦੇ ਪਦਾਰਥਾਂ ਦੇ ਵਿੱਚੋਂ ਬੇਅੰਤ ਕਿਸਮ ਦੇ ਸੁੱਖ ਔਰ ਰੰਗ ਤਮਾਸ਼ੇ ਮਾਣਨ ਦੀ ਇੱਛਾ ਪਿੱਛੇ ਰੱਖ ਕੇ ਮਨ ਵਿੱਚ ਹਮੇਸ਼ਾ ਉਹਨਾਂ ਬਾਰੇ ਹੀ ਸੋਚ, ਵਿਚਾਰ, ਫਿਕਰ, ਚਿੰਤਾ ਲੱਗੀ ਹੁੰਦੀ ਹੈ। ਤੇ ਜਿਸ ਮਾਲਕ ਦੇ ਦਰ ਘਰ ਤੋਂ ਤੁਸੀਂ ਆਏ ਹੋ, ਜਿਸ ਮਾਲਕ ਦੇ ਪਾਵਨ ਹਸਤੀ ਦਾ ਤੁਸੀਂ ਅੰਸ਼ ਹੋ, ਉਹਨੂੰ ਕਦੇ ਚੇਤੇ ਨਹੀਂ ਕਰਦੇ। ਕਹਿੰਦੇ ਜਿਨ੍ਹਾਂ ਨਾਲ ਇੰਨਾ ਬਹੁਤ ਡੂੰਘਾ ਗਹਿਰਾ ਜੁੜੇ ਹੋਏ ਹੋ, ਕਹਿੰਦੇ ਉਹ ਵਿੰਸਦਿਆਂ ਦੇਰ ਨਹੀਂ ਲੱਗਦੀ। ਇੱਕ ਛਿਨ ਪਲ ਦੇ ਵਿੱਚ ਸਾਰਾ ਕੁਝ ਜਿਸ ਤੇ ਆਪਣਾ ਹੱਕ ਜਮਾਉਂਦਾ ਹੈ ਮਨੁੱਖ, ਮੇਰਾ ਪੈਸਾ, ਮੇਰੀ ਗੱਡੀ, ਮੇਰਾ ਮਕਾਨ, ਮੇਰੇ ਧੀਆਂ ਪੁੱਤਰ, ਮੇਰੀ ਨੌਕਰੀ, ਮੇਰਾ ਵਪਾਰ, ਮੇਰੀ ਫੈਕਟਰੀ, ਮੇਰੇ ਪਲਾਟ, ਕਹਿੰਦੇ ਇੱਕ ਛਿਨ ਪਲ ਵਿੱਚ ਜਦੋਂ ਇਹ ਦੇਹ ਬਿੰਸ ਜਾਂਦੀ ਹੈ ਤੇ ਕਹਿੰਦੇ ਸਾਰਾ ਕੁਝ ਆਪਣਾ ਜਿਹੜਾ ਸਮਝਦਾ ਉਹ ਪਰਾਇਆ ਹੋ ਜਾਂਦਾ, ਖਤਮ ਹੋ ਜਾਂਦਾ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ। ਤੇ ਸਾਹਿਬਾਂ ਨੇ ਮਿਸਾਲ ਸੁਪਨੇ ਦੀ ਦਿੱਤੀ ਹੈ। ਜਿਵੇਂ ਸੁਪਨੇ ਵਿੱਚ ਕੋਈ ਮਨੁੱਖ ਬਹੁਤ ਸਾਰੇ ਰੰਗ ਤਮਾਸ਼ੇ, ਸੁੱਖ, ਆਨੰਦ ਮਾਣ ਰਿਹਾ ਹੋਵੇ ਤੇ ਬਹੁਤ ਆਨੰਦਿਤ ਹੋ ਰਿਹਾ ਹੋਵੇ ਉਹਨਾਂ ਨੂੰ ਸੁਪਨੇ ਵਿੱਚ ਮਾਣ ਕੇ, ਅੱਖ ਖੁੱਲਦਿਆਂ ਹੀ, ਨੀਂਦ ਖੁੱਲਦਿਆਂ ਹੀ ਉਹ ਸੁਪਨਾ ਟੁੱਟ ਜਾਂਦਾ ਤੇ ਉਹ ਸਾਰਾ ਕੁਝ ਛਿਨ ਪਲ ਵਿੱਚ ਅਲੋਪ ਹੋ ਜਾਂਦਾ ਹੈ। ਕਹਿੰਦੇ ਬਿਲਕੁਲ ਸੰਸਾਰ ਦਾ ਵਰਤਾਰਾ ਇਸੇ ਤਰ੍ਹਾਂ ਹੀ ਹੈ। ਸਾਹਿਬਾਂ ਨੇ ਆਪ ਵੀ ਸ਼ਲੋਕਾਂ 'ਚ ਬਚਨ ਬਖਸ਼ਿਸ਼ ਕਰਕੇ ਸਮਝਾਇਆ, ਜਿਉਂ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ, ਇਨਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਕਹਿੰਦੇ ਉਸ ਮਾਲਕ ਤੋਂ ਬਿਨਾ ਹੋਰ ਸਾਰਾ ਕੁਝ ਜਿਹੜਾ ਹੈ, ਜੋ ਵੀ ਦੇਖਦਾ ਹੈ, ਭਾਵੇਂ ਉਹਦੀ ਮਿਆਦ ਵੱਖ-ਵੱਖ ਹੋ ਸਕਦੀ ਹੈ, ਕਿਸੇ ਦੀ ਥੋੜੀ ਤੇ ਕਿਸੇ ਦੀ ਲੰਮੇਰੀ ਹੋ ਸਕਦੀ, ਪਰ ਉਹ ਅਖੀਰ ਬਿਨਸਨਹਾਰ ਹੈ। ਜੋ ਦੀਸੈ ਸੋ ਸਗਲ ਬਿਨਾਸੈ, ਜਿਉਂ ਬਾਦਲ ਕੀ ਛਾਏ। ਔਰ ਜਗ ਦੀ ਰਚਨਾ ਬਾਰੇ ਵੀ, ਜਿਸ ਜਗਤ ਨਾਲ ਮਨੁੱਖ ਬਹੁਤ ਪਿਆਰ ਕਰਦਾ ਹੈ, ਮੋਹ ਪਾਉਂਦਾ ਹੈ, ਪ੍ਰੀਤ ਪਾਉਂਦਾ ਹੈ, ਬੜੀ ਖਿੱਚ ਰੱਖਦਾ ਹੈ ਮਨ ਵਿੱਚ, ਸਾਹਿਬ ਬਖਸ਼ਿਸ਼ ਕਰਦੇ ਨੇ ਇਹ ਸਾਰਾ ਸੁਪਨੇ ਦੇ ਸਮਾਨ ਹੈ, ਝੂਠ ਹੈ, ਨਾਸ਼ਵਾਨ ਹੈ। ਜਿਵੇਂ ਆਸਾ ਕੀ ਵਾਰ 'ਚ ਆਪਾਂ ਬੜੀ ਵਾਰ ਸਾਂਝੇ ਕੀਤੇ ਸਾਹਿਬਾਂ ਦੇ ਬਚਨ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ। ਔਰ ਜਿਨ੍ਹਾਂ ਨੂੰ ਇਕੱਠੇ ਕਰਨ ਲਈ ਬੜਾ ਯਤਨਸ਼ੀਲ ਹੈ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਮਹਿੰਗੇ ਕੱਪੜੇ, ਸੋਨਾ, ਰੁਪਈਆ, ਧਨ ਪਦਾਰਥ। ਔਰ ਅਖੀਰ 'ਚ ਸਾਹਿਬ ਨਿਰਣਾ ਬਖਸ਼ਿਸ਼ ਕਰਦੇ ਨੇ, ਨਾਨਕ ਵਖਾਣੇ ਬੇਨਤੀ ਤੁਧ ਬਾਝ ਕੂੜੋ ਕੂੜ, ਕਿ ਤੇਰੇ ਤੋਂ ਬਿਨਾ ਹੋਰ ਸਭ ਕੁਝ ਨਾਸ਼ਵਾਨ ਹੈ। ਔਰ ਸਾਹਿਬਾਂ ਨੇ ਸ਼ਲੋਕਾਂ ਵਿੱਚ ਵੀ ਬਖਸ਼ਿਸ਼ ਕੀਤਾ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਇੱਥੇ ਵੀ ਸਮਝਾ ਰਹੇ ਨੇ, ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ। ਇਹ ਮਨ ਵਿੱਚ ਵਿਸ਼ਵਾਸ ਕਰ ਲੈ, ਭਰੋਸਾ ਕਰ ਲੈ, ਇਹ ਧਾਰ ਲੈ, ਇਹ ਗੱਲ ਟਿਕਾ ਲੈ, ਸਮਝ ਲੈ ਕਿ ਸਾਰਾ ਇਹ ਸੰਸਾਰ ਜਿਹਦੇ ਨਾਲ ਬਹੁਤ ਪ੍ਰੀਤ ਪਾਉਣਾ ਹੈ, ਮੋਹ ਪਾਉਣਾ ਹੈ, ਖਿੱਚ ਰੱਖਦਾ ਹੈ, ਇਹਨੂੰ ਬਿੰਸਦਿਆਂ, ਖਤਮ ਹੁੰਦਿਆਂ ਦੇਰ ਨਹੀਂ ਲੱਗਦੀ। ਇੱਕ ਛਿਨ ਪਲ ਵਿੱਚ ਸਭ ਕੁਝ ਇਹ ਖਤਮ ਹੋ ਜਾਂਦਾ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹੋ ਨਾਨਕ ਥਿਰ ਨਾ ਰਹਿ, ਜਿਉਂ ਬਾਰੂ ਕੀ ਪੀਤ। ਮਿਸਾਲ ਦਿੱਤੀ ਫਿਰ ਸਾਹਿਬਾਂ ਨੇ ਬੜੀ ਖੂਬਸੂਰਤ, ਅੱਗੇ ਵੀ ਆਪਾਂ ਪੜਾਂਗੇ ਇਸ ਸ਼ਬਦ ਵਿੱਚ। ਬਾਰੂ ਆਖਦੇ ਨੇ ਬਾਲੂ ਰੇਤੇ ਨੂੰ। ਕਹਿੰਦੇ ਜਿਵੇਂ ਰੇਤੇ ਦੀ ਦੀਵਾਰ ਕੋਈ ਕਿੰਨੀ ਵੀ ਮਿਹਨਤ ਮਸ਼ੱਕਤ ਕਰਕੇ ਬੜੀ ਸੋਹਣੀ ਲਿਪ ਪੋਚ ਕੇ ਬਣਾ ਲਏ, ਕਹਿੰਦੇ ਉਹਦੀ ਸਥਿਰਤਾ ਦਾ ਕੋਈ ਭਰੋਸਾ ਨਹੀਂ ਹੈ।
ਉਹ ਮਾੜਾ ਜਿਹਾ ਹਨੇਰੀ ਆਈ ਤਾਂ ਡਿੱਗ ਪੈਣੀ ਹੈ, ਮਾੜੀ ਤੇਜ਼ ਹਵਾ ਚੱਲੀ ਤਾਂ ਡਿੱਗ ਪੈਣੀ ਹੈ, ਮਾੜਾ ਜਿਹਾ ਕਿਸੇ ਨੇ ਜ਼ੋਰ ਨਾਲ ਛੂ ਦਿੱਤਾ, ਧੱਕਾ ਲਾਤਾ ਤਾਂ ਡਿੱਗ ਪੈਣੀ ਹੈ। ਕਹਿੰਦੇ ਆ ਸੰਸਾਰ ਵੀ ਬਸ ਇਸ ਤਰ੍ਹਾਂ ਦਾ ਹੀ ਹੈ, ਔਰ ਤੇਰਾ ਸਰੀਰ ਔਰ ਸੰਸਾਰ ਇਸ ਤਰ੍ਹਾਂ ਦਾ ਹੀ ਹੈ। ਬਾਰੂ ਭੀਤ बनाई रच पच रहत नहीं दिन चार, तैसे ही ए सुख माया के उलझियो कहाँ गवार। ਜਿਹੜਾ ਮਨੁੱਖ ਇਸ ਸੱਚ ਨੂੰ ਜਾਣਦਾ ਹੋਵੇ, ਇਸ ਤੱਥ ਨੂੰ, ਹਕੀਕਤ ਨੂੰ ਜਾਣਦਾ ਹੋਵੇ, ਤੇ ਜਾਣਦਿਆਂ ਹੋਇਆਂ ਵੀ ਉਹ ਰੇਤ ਦੀ ਦੀਵਾਰ ਵਾਂਗ ਕੁਝ ਸਮਾਂ ਰਹਿਣ ਵਾਲੇ ਸੰਸਾਰ ਦੇ ਮਾਇਆ ਦੇ ਸੁੱਖਾਂ ਤੇ ਇਹ ਭਰੋਸਾ ਕਰੇ ਕਿ ਇਹ ਮੈਨੂੰ ਤਾਂ ਜ਼ਿੰਦਗੀ ਉਮਰ ਭਰ, ਮੈਨੂੰ, ਮੇਰੇ ਪਰਿਵਾਰ ਨੂੰ, ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੁੱਖ ਦੇਣਗੇ। ਕਹਿੰਦੇ ਫਿਰ ਉਸ ਨੂੰ, ਮਨੁੱਖ ਨੂੰ ਸਿਆਣਾ ਨਹੀਂ, ਮੂਰਖ ਗਵਾਰ ਹੀ ਆਖਣਾ ਪਏਗਾ। ਕਹਿੰਦੇ ਬੇਸ਼ੱਕ ਪੜ੍ਹਿਆ, ਬੇਸ਼ੱਕ ਸਮਝਦਾ, ਜਾਣਦਾ ਸਭ ਕੁਝ, ਪਰ ਇਹ ਵਿਹਾਰ ਵਿੱਚ ਜਿਸ ਤਰ੍ਹਾਂ ਸੰਸਾਰ ਦੇ ਨਾਸ਼ਵਾਨ ਪਦਾਰਥਾਂ ਪਿੱਛੇ ਕਮਲਾ ਬੌਰਾ ਹੋਇਆ ਫਿਰਦਾ ਹੈ, ਕਹਿੰਦੇ ਇਹ ਗਵਾਰਾਂ ਵਾਂਗ ਆਚਰਣ ਕਰਦਾ, ਗਵਾਰਾਂ ਵਾਂਗ ਵਿਹਾਰ ਕਰਦਾ, ਜਿਸ ਤਰ੍ਹਾਂ ਇਹਨਾਂ ਨਾਲ ਉਲਝਿਆ ਹੋਇਆ, ਜਿਸ ਤਰ੍ਹਾਂ ਇਹਨਾਂ ਨਾਲ ਜੁੜਿਆ ਹੋਇਆ, ਖੁੱਭਿਆ ਹੋਇਆ, ਔਰ ਇਹਨਾਂ ਪਿੱਛੇ ਪਾਗਲ ਹੋਇਆ, ਬੌਰਾ ਹੋਇਆ ਫਿਰਦਾ। ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ। ਕਹਿੰਦੇ ਇਹ ਮਾਇਆ ਦੇ ਸੁੱਖ ਤਾਂ ਏਦਾਂ ਨੇ ਜਿਵੇਂ ਬਾਲੂ ਦੀ, ਰੇਤਾ ਦੀ ਦੀਵਾਰ ਨੂੰ ਕਿਸੇ ਨੇ ਰਚਿਆ ਹੋਵੇ, ਬਣਾਇਆ ਹੋਵੇ, ਪੋਚ ਪਾਚ ਕੇ, ਮਿੱਟੀ ਨਾਲ ਲਿਪ ਲੁਪ ਕੇ ਕਿਵੇਂ ਨਾ ਕਿਵੇਂ ਖੜੀ ਕਰ ਦਿੱਤੀ ਹੋਵੇ, ਤੇ ਉਸ ਤੋਂ ਆਸ ਕਰੇ ਕਿ ਮੈਨੂੰ ਕੁਝ ਸੁੱਖ ਦੇ ਦੇਵੇਗੀ ਜਾਂ ਮੈਂ ਇਸ ਦੀਵਾਰ ਤੋਂ ਕੁਝ ਸਲਾਹਾ ਲੈ ਸਕਾਂਗਾ, ਇਸ ਤੋਂ ਕੁਝ ਸੁੱਖ ਮਾਣ ਸਕਾਂਗਾ। ਕਹਿੰਦੇ ਬਿਲਕੁਲ ਮਾਇਆ ਦੇ ਸੁੱਖਾਂ ਤੋਂ, ਮਾਇਆ ਦੇ ਰੰਗ ਤਮਾਸ਼ਿਆਂ ਤੋਂ, ਪਦਾਰਥਾਂ ਤੋਂ ਲੰਮੇ ਸਮੇਂ ਤੱਕ ਸਦੀਵੀ ਸੁੱਖ ਦੀ ਆਸ ਕਰਨ ਵਾਲੇ, ਕਹਿੰਦੇ ਉਹ ਮੂਰਖ ਗਵਾਰ ਕਹੇ ਜਾਣਗੇ, ਜਿਹੜੇ ਮਾਇਆ ਦੇ ਰੰਗ ਤਮਾਸ਼ਿਆਂ ਵਿੱਚੋਂ ਇਹ ਭਾਲਦੇ ਨੇ ਕਿ ਮੈਨੂੰ ਸਦਾ ਲਈ ਖੇੜਾ, ਆਨੰਦ, ਟਿਕਾਓ, ਖੁਸ਼ੀ, ਵਿਗਾਸ ਹਾਸਲ ਹੋ ਜਾਏਗਾ। ਸਾਹਿਬਾਂ ਨੇ ਬਾਣੀ ਵਿੱਚ ਬਹੁਤ ਸਾਰੇ ਪਾਵਨ ਬਚਨਾਂ ਰਾਹੀਂ ਇਹ ਮਾਇਆ ਦੇ ਰੰਗ ਤਮਾਸ਼ਿਆਂ ਬਾਰੇ ਬਚਨ ਬਖਸ਼ਿਸ਼ ਕੀਤੇ ਨੇ ਵੀ ਨਾ ਤਾਂ ਧਨ, ਨਾ ਰੁਪਈਆ, ਨਾ ਸੋਨਾ, ਨਾ ਚਾਂਦੀ, ਨਾ ਗਹਿਣੇ, ਨਾ ਕੀਮਤੀ ਬਸਤਰ, ਨਾ ਮਹਿਲ, ਮਾੜੀਆਂ ਇਹ ਤੁਹਾਨੂੰ ਸੁੱਖ ਨਹੀਂ ਦੇ ਸਕਦੇ। ਜੋ ਸਦੀਵੀ ਸੁੱਖ, ਜੋ ਸਦਾ ਟਿਕਣ ਵਾਲਾ, ਸਦਾ ਰਹਿਣ ਵਾਲਾ ਆਨੰਦ, ਖੇੜਾ, ਸੁੱਖ ਹੈ, ਉਹ ਕੇਵਲ ਤੇ ਕੇਵਲ ਪਰਮੇਸ਼ਰ ਨਾਲ, ਆਪਣੇ ਮੂਲ ਨਾਲ ਜੁੜਿਆ ਹਾਸਲ ਹੋਣਾ। ਔਰ ਜਿਸ ਨਾਲ ਜੁੜਨ ਲਈ ਪੂਰੇ ਗੁਰੂ ਦੀ ਸ਼ਰਨ ਜਾਣਾ ਪੈਂਦਾ ਹੈ, ਪੂਰੇ ਗੁਰੂ ਦੇ ਕੋਲ ਜਾਚਕ ਬਣ ਕੇ ਜਾਣਾ ਪੈਂਦਾ ਹੈ, ਪੂਰੇ ਗੁਰੂ ਦੇ ਬਚਨਾਂ ਤੇ, ਉਹਨਾਂ ਦੇ ਉਪਦੇਸ਼ ਤੇ, ਉਹਨਾਂ ਦੇ ਬਖਸ਼ੇ ਹੋਏ ਅਗੰਮੀ ਗਿਆਨ ਤੇ ਭਰੋਸਾ ਕਰਨਾ ਪੈਂਦਾ, ਜਿਹੜਾ ਕਿ ਸੌਖੀ ਖੇਡ ਨਹੀਂ ਹੈ। ਸਾਹਿਬ ਬਖਸ਼ਿਸ਼ ਕਰਦੇ ਨੇ, ਕਿਉਂਕਿ ਇਹ ਐਸੇ ਭਰਮ ਦੇ ਵਿੱਚ ਮਨੁੱਖ ਜਿਉਂਦਾ ਹੈ ਕਿ ਜਿਹੜਾ ਸੁਪਨਾ ਹੈ ਉਹਨੂੰ ਸੱਚ ਸਮਝਦਾ, ਤੇ ਜਿਹੜਾ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਤ੍ਰੈ ਕਾਲ ਸੱਚ ਹੈ, ਬੀਤੇ ਵਿੱਚ ਵੀ ਸੀ, ਹੁਣ ਵੀ ਹੈ, ਸਦਾ ਰਹੇਗਾ, ਅੱਗੇ ਵੀ। ਕਹਿੰਦੇ ਉਹ ਉਸ ਦੇ ਉੱਤੇ ਕਦੇ ਵਿਸ਼ਵਾਸ, ਭਰੋਸਾ ਹੀ ਨਹੀਂ ਕਰਦਾ। ਸੋ ਬੜੀ ਸੁੰਦਰ ਮਿਸਾਲ ਦੇ ਕੇ ਸਾਹਿਬਾਂ ਨੇ ਸਮਝਾਇਆ, ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਕੇ हे ਗਵਾਰ ਮੂਰਖ ਜੀਵ, ਤੂੰ ਜਿਨ੍ਹਾਂ ਪਦਾਰਥਾਂ ਪਿੱਛੇ ਬੌਰਾ ਹੋਇਆ, ਕਮਲਾ ਹੋਇਆ, ਦੀਵਾਨਾ ਹੋਇਆ, ਕਰੇਜ਼ੀ ਹੋਇਆ, ਉਹਨਾਂ ਚੋਂ ਸੁੱਖ ਭਾਲਦਾ, ਸੁੱਖ ਲੱਭਦਾ। ਕਹਿੰਦੇ ਇਹ ਤਾਂ ਰੇਤ ਦੀ ਦੀਵਾਰ ਦੀ ਤਰ੍ਹਾਂ ਨੇ, ਜਿਨ੍ਹਾਂ ਦੀ ਕੁਛ ਲੰਮੀ ਮਿਆਦ ਨਹੀਂ ਹੈਗੀ, ਉਹ ਕਦੇ ਵੀ ਧੋਖਾ ਦੇ ਸਕਦੇ ਨੇ, ਜਿਵੇਂ ਕਦੇ ਵੀ ਰੇਤ ਦੀ ਕੰਧ ਡਿੱਗ ਸਕਦੀ ਹੈ। ਕਹਿੰਦੇ ਇਸ ਤਰ੍ਹਾਂ ਉਹ ਪਦਾਰਥ ਕਦੇ ਵੀ ਤੇਰੇ ਕੋਲੋਂ ਜਾ ਸਕਦੇ ਨੇ, ਤੇ ਉਹ ਤੈਨੂੰ ਸੁੱਖ ਦੇਣ ਦੀ ਸਮਰੱਥਾ ਨਹੀਂ ਰੱਖਦੇ। ਸਾਹਿਬਾਂ ਨੇ ਬਾਣੀ ਵਿੱਚ ਬਹੁਤ ਸਾਰੇ ਪਾਵਨ ਬਚਨਾਂ 'ਚ ਸਮਝਾਇਆ, ਆਪਾਂ ਬੜੀ ਵਾਰ ਸਾਂਝਾ ਵੀ ਕੀਤਾ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ।
कि ਜਿਹੜਾ ਅਸੀਮ ਸੁਖ ਜਿਹਦੀ ਕੋਈ ਸੀਮਾ ਨਹੀਂ, ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ, ਗੁਰਦੇਵ ਪਿਤਾ ਦੀ ਸ਼ਰਨ ਗਿਆ, ਉਹਨਾਂ ਦੀ ਸੇਵਾ ਕੀਤਿਆਂ ਹਾਸਲ ਹੁੰਦਾ ਹੈ। ਭਾਵ ਉਹਨਾਂ ਨੂੰ ਤਨ ਮਨ ਧਨ ਸੌਂਪ ਕੇ ਉਹਨਾਂ ਦੇ ਹੁਕਮ ਮੰਨਿਆ ਜੋ ਹਾਸਲ ਹੁੰਦਾ ਹੈ। ਕਹਿੰਦੇ ਉਹ ਸੁਖ ਜਿਹੜਾ ਹੈ ਉਹ ਰਾਜ ਭਾਗ ਦੇ ਵਿੱਚੋਂ ਵੀ ਪ੍ਰਾਪਤ ਨਹੀਂ ਹੋ ਸਕਦਾ, ਪਰ ਇਸ ਬਾਣੀ ਦੇ ਗੁਰਦੇਵ ਪਿਤਾ ਦੇ ਬਚਨਾਂ ਤੇ ਭਰੋਸਾ ਕਿਸੇ ਵਿਰਲੇ ਵਿਰਲੇ ਨੂੰ ਆਉਂਦਾ ਹੈ। ਬਹੁਤੇ ਮਨੁੱਖ ਤਾਂ ਸੰਸਾਰ ਦੇ ਜੀਵ ਤਾਂ ਹੀ ਸਮਝਦੇ ਨੇ ਕਿ ਮੇਰੇ ਕੋਲ ਜਿੰਨਾ ਵੱਧ ਪੈਸਾ ਹੋਏਗਾ, ਜਿੰਨੇ ਵੱਧ ਪਦਾਰਥ ਹੋਣਗੇ, ਜਿੰਨੀ ਵੱਧ ਧਨ ਸੰਪਦਾ ਹੋਏਗੀ, ਮੈਂ ਤੇ ਮੇਰਾ ਪਰਿਵਾਰ ਉਨੇ ਹੀ ਜ਼ਿਆਦਾ ਸੁਖ ਮਾਣ ਸਕਾਂਗੇ। ਇਸ ਭੁਲੇਖੇ ਵਿੱਚ, ਇਸ ਭਰਮ ਦੇ ਵਿੱਚ ਜਿਉਂਦਾ। ਇਸ ਕਰਕੇ ਸਾਹਿਬ ਬਖਸ਼ਿਸ਼ ਕਰ ਰਹੇ ਨੇ ਬਚਨ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ ਕੇ। ਇਹ ਗਵਾਰ ਜਿਨ੍ਹਾਂ ਪਦਾਰਥਾਂ ਵਿੱਚੋਂ, ਮਾਇਆ ਦੇ ਰੰਗ ਤਮਾਸ਼ਿਆਂ ਵਿੱਚੋਂ ਸੁਖ ਭਾਲ ਕੇ ਉਹਨਾਂ ਨੂੰ ਇਕੱਠੇ ਕਰਨ ਲਈ ਲੋੜ ਤੋਂ ਵੱਧ ਮਿਹਨਤ ਮੁਸ਼ੱਕਤ ਕਰਕੇ ਕੋਲੂ ਦੇ ਬੈਲ ਵਾਂਗ ਜੁੱਤਿਆ ਰਹਿੰਦਾ, ਕਹਿੰਦੇ ਉਹ ਤੂੰ ਗਵਾਰ ਹੈ, ਉਹ ਤੈਨੂੰ ਸੁਖ ਦੇਣ ਦੇ ਕਾਬਿਲ ਨਹੀਂ। ਅੱਜ ਹੂੰ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਰਾਮ ਮੁਰਾਰ, ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ। ਕਈ ਵਾਰੀ ਮਨੁੱਖ ਕਿਸੇ ਵੀ ਜੀਵਨ ਦੇ ਪੜਾਅ ਤੇ ਜੇ ਕਿਤੇ ਚੰਗੇ ਭਾਗਾਂ ਨਾਲ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਵੇ ਕਿ ਉਸ ਸੰਗਤ ਵਿੱਚੋਂ, ਗੁਰੂ ਦੇ ਬਚਨਾਂ ਵਿੱਚੋਂ, ਗੁਰੂ ਕੀ ਬਾਣੀ ਵਿੱਚੋਂ, ਗੁਰੂ ਦੇ ਉਪਦੇਸ਼ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਵੇ ਤੇ ਉਹ ਆਪਣੇ ਪਿਛਲੇ ਬੀਤੇ ਹੋਏ ਸਮੇਂ ਤੇ ਝਾਤ ਮਾਰਦਾ ਹੈ। ਜੋ ਸੁਖ, ਜੋ ਆਨੰਦ, ਜੋ ਖੇੜਾ ਗੁਰੂ ਦੇ ਬਚਨਾਂ ਨੂੰ ਕਮਾਉਣ ਵਿੱਚ ਉਹਨੂੰ ਪ੍ਰਾਪਤ ਹੋਣਾ, ਹਾਸਲ ਹੋਣਾ ਸ਼ੁਰੂ ਹੁੰਦਾ ਹੈ। ਉਸ ਸੁਖ ਨੂੰ ਹਾਸਲ ਕਰਕੇ ਉਹ ਫਿਰ ਆਪਣੇ ਪਿਛਲੇ ਜੀਵਨ ਤੇ ਕਈ ਵਾਰੀ ਝਾਤ ਮਾਰਦਾ ਤੇ ਪਛਤਾਵਾ ਕਰਦਾ ਵੀ ਮੈਂ ਇੰਨਾ ਲੰਮਾ ਸਮਾਂ ਕਿਉਂ ਨਹੀਂ ਗੁਰੂ ਦੇ ਚਰਨ ਸ਼ਰਨ ਪਰਸ ਕੇ ਉਹਨਾਂ ਦੇ ਬਚਨਾਂ ਨੂੰ ਕਮਾਉਣ ਵਾਲੇ ਪਾਸੇ ਤੁਰਿਆ, ਤੇ ਮੈਂ ਆਪਣਾ ਬਹੁਤ ਸਾਰਾ ਜੀਵਨ ਦਾ ਅਮੋਲਕ ਸਮਾਂ ਅਜਾਈਂ ਗਵਾ ਲਿਆ, ਵੇਸਟ ਕਰ ਲਿਆ। ਸੋ ਸਾਹਿਬ ਸਾਰੀ ਬਾਣੀ ਸਾਨੂੰ ਨਿਰਾਸ਼ਤਾ ਵਿੱਚੋਂ, ਜਿਹਨੂੰ ਆਪਾਂ ਅੱਜ ਕੱਲ੍ਹ ਨੈਗੇਟਿਵਿਟੀ ਕਹਿ ਲੈਂਦੇ ਹਾਂ, ਪੈਸੀਮਿਜ਼ਮ ਕਹਿ ਲੈਂਦੇ ਹਾਂ, ਢਹਿੰਦੀ ਕਲਾ ਕਹਿ ਲੈਂਦੇ ਹਾਂ, ਉਹਦੇ ਵਿੱਚੋਂ ਉਬਾਰਨ ਦੀ, ਕੱਢਣ ਦੀ ਸਮਰੱਥਾ ਰੱਖਦੇ। ਆਪਾਂ ਪੜ੍ਹਦੇ ਹਾਂ ਬਚਨ ਰੋਜ਼ ਬਾਣੀ ਵਿੱਚ ਜਪਜੀ ਸਾਹਿਬ ਦੇ ਵਿੱਚ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਰੋਜ਼ ਆਪਾਂ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਔਰ ਇਹ ਸੱਚ ਵੀ ਹੈ, 100% ਸੱਚ ਹੈ ਕਿ ਜਦੋਂ ਅਸੀਂ ਆਪਣੇ ਮੂਲ ਨਾਲ, ਬਾਣੀ ਨਾਲ, ਗੁਰੂ ਪਰਮੇਸ਼ਰ ਦੀ ਰਹਿਮਤ ਸਦਕਾ ਬਾਣੀ ਪੜ੍ਹਨ ਵਾਲੇ ਪਾਸੇ, ਬਾਣੀ ਸੁਣਨ ਵਾਲੇ ਪਾਸੇ, ਬਾਣੀ ਗਾਉਣ ਵਾਲੇ ਪਾਸੇ, ਬਾਣੀ ਵਿਚਾਰਨ ਵਾਲੇ ਪਾਸੇ ਤੇ ਬਾਣੀ ਨੂੰ ਅਪਣਾਉਣ, ਕਮਾਉਣ ਵਾਲੇ ਪਾਸੇ ਤੁਰਦੇ ਹਾਂ, ਉਸ ਰਾਹ ਤੇ ਤੁਰਦੇ ਹਾਂ, ਤਾਂ ਸੱਚਮੁੱਚ ਜੋ ਆਨੰਦ ਦਾ ਅਨੁਭਵ ਹੁੰਦਾ ਹੈ, ਜੋ ਖੁਸ਼ੀ ਦਾ, ਖੇੜੇ ਦਾ, ਵਿਗਾਸ ਦਾ ਅਨੁਭਵ ਹੁੰਦਾ ਹੈ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ, ਅਨੁਭਵ ਕੀਤਾ ਜਾ ਸਕਦਾ। ਪੜ੍ਹੇ ਦਾ ਬਚਨ ਬਹੁਤ ਵਾਰੀ ਪੜ੍ਹਦੇ ਹਾਂ, ਜਾਂ ਕੋ ਰਸ ਹਰ ਬਾਬਾ ਫਰੀਦ ਜੀ ਦੇ ਬਚਨ ਆਪਾਂ ਸਾਰੇ ਜਾਣਦੇ ਹਾਂ। ਫਰੀਦਾ ਸ਼ੱਕਰ ਖੰਡ ਨਿਵਾਤ, ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਹਿੰਦੇ ਸਾਰੇ ਸੰਸਾਰ ਦੇ ਜਿਹੜੇ ਬੜੇ ਲੁਭਾਵਣੇ, ਬੜੇ ਮਿੱਠੇ ਲੱਗਦੇ ਸੀ ਰੰਗ ਤਮਾਸ਼ੇ ਪਦਾਰਥਾਂ ਦੇ, ਉਹ ਮਾਣ ਕੇ ਦੇਖ ਲਏ, ਪਰ ਜਦੋਂ ਤੋਂ ਉਸ ਮਾਲਿਕ ਦੇ ਨਾਮ ਨੂੰ ਚੱਖਿਆ, ਉਹਦੇ ਵਿੱਚੋਂ ਜੋ ਰਸ ਆਇਆ, ਉਹਦੇ ਸਾਹਮਣੇ ਤਾਂ ਸੰਸਾਰ ਦੇ ਅਤੀ ਸੁੰਦਰ ਮਿੱਠਿਆਂ ਦੇ ਪਦਾਰਥਾਂ ਦੀ ਮਿਠਾਸ ਵੀ ਜਿਹੜੀ ਆ ਉਹ ਹੌਲੀ ਲੱਗਦੀ ਹੈ, ਹਲਕੀ ਲੱਗਦੀ ਹੈ ਉਹਨਾਂ ਸਾਹਮਣੇ।
ਸੋ ਸਾਹਿਬ ਸਾਨੂੰ ਢਹਿੰਦੀ ਕਲਾ ਵਿੱਚ ਨਾ ਜਾਈਏ, ਆਪਣੇ ਪਾਸਟ ਨੂੰ ਦੇਖ ਕੇ, ਆਪਣੀਆਂ ਭੁੱਲਾਂ, ਗਲਤੀਆਂ, ਬਲੰਡਰਸ ਨੂੰ ਦੇਖ ਕੇ, ਜੋ ਪਿਛਲਾ ਸਮਾਂ ਅਜਾਈਂ ਗਵਾ ਲਿਆ ਉਹਨੂੰ ਦੇਖ ਕੇ ਕੇਵਲ ਪਛਤਾਉਂਦੇ ਨਾ ਰਹੀਏ, ਉਸ ਪਛਤਾਵੇ ਵਿੱਚੋਂ ਕੁਝ ਸਬਕ ਲਈਏ। ਸੋ ਸਾਹਿਬ ਸਮਝਾ ਰਹੇ ਨੇ, ਅੱਜ ਹੂੰ ਸਮਝ ਵੀ ਪਿੱਛੇ ਜੋ ਕੀਤਾ ਸੋ ਕੀਤਾ, ਉਹਨੂੰ ਕੁਝ ਨਹੀਂ ਹੋ ਸਕਦਾ। ਹੁਣ ਅੱਗੇ ਲਈ ਸੁਧਰ ਜਾ, ਅੱਗੇ ਲਈ ਰਾਹ ਫੜ ਲੈ, ਅੱਗੇ ਲਈ ਗੁਰੂ ਦੇ ਰਾਹ ਤੇ ਤੁਰ, ਗੁਰਮਤਿ ਗ੍ਰਹਿਣ ਕਰ ਲੈ। ਜੇ ਪਿੱਛੇ ਮਨਮਤ ਕਰਦਾ ਰਿਹਾ, ਮਨ ਦੇ ਪਿੱਛੇ ਲੱਗ ਕੇ ਮਾਇਆ ਦੇ ਰੰਗ ਤਮਾਸ਼ਿਆਂ ਪਿੱਛੇ ਦੀਵਾਨਾ ਬੌਰਾ ਹੋ ਕੇ ਆਪਣਾ ਸਮਾਂ ਅਜਾਈਂ ਬਤੀਤ ਕਰਦਾ ਰਿਹਾ, ਤੇ ਹੁਣ ਸਮਝ ਜਾ ਭਾਈ, ਅੱਜ ਹੂੰ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਰਾਮ ਮੁਰਾਰ। ਬਾਬਾ ਫਰੀਦ ਜੀ ਦਾ ਬਚਨ ਆਉਂਦਾ ਹੈ, ਜਿੱਥੇ ਉਹਨਾਂ ਦੇ ਬਚਨ ਵਿੱਚੋਂ ਸਾਰ ਭਾਵੇ ਨਿਕਲਦਾ ਵੀ ਬਿਰਧ ਅਵਸਥਾ ਵਿੱਚ, ਜਵਾਨੀ ਵਿੱਚ ਜੋ ਉਹਨੂੰ ਚੇਤੇ ਕਰ ਲਿਆ, ਸਿਮਰਨ ਕਰ ਲਿਆ, ਬੰਦਗੀ ਕਰ ਲਈ, ਉਹ ਭਲਾ ਪਿਛਲੀ ਉਮਰ ਵਿੱਚ ਨਹੀਂ ਹੋਣਾ। ਸਾਹਿਬਾਂ ਨੇ ਉਹਦਾ ਖੁਲਾਸਾ ਵੀ ਕੀਤਾ ਬਾਣੀ ਵਿੱਚ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਬਾਬਾ ਫਰੀਦ ਜੀ ਨੇ ਕਿਹਾ ਸੀ, ਫਰੀਦਾ ਕਾਲੀ ਜਿਨਾ ਨਾ ਰਾਵਿਆ, ਧੌਲੀ ਰਾਵੇ ਕੋਏ, ਕਰ ਸਾਈ ਸਿਓ ਪਿਰਹੜੀ ਰੰਗ ਨਵੇਲਾ ਹੋਏ। ਜਿਨ੍ਹਾਂ ਨੇ ਜਵਾਨੀ ਵਿੱਚ ਉਸ ਮਾਲਕ ਨਾਲ ਪ੍ਰੀਤ ਨਹੀਂ ਬਣਾਈ, ਸਾਂਝ ਨਹੀਂ ਬਣਾਈ, ਨੇੜਤਾ ਨਹੀਂ ਬਣਾਈ, ਪਿਆਰ ਨਹੀਂ ਪਾਇਆ, ਉਹ ਕਹਿੰਦੇ ਧੌਲੇ ਆਉਣ ਤੇ, ਭਾਵ ਚਿੱਟੇ ਕੇਸ ਹੋਣ ਤੇ, ਬੁਢਾਪੇ ਵਿੱਚ ਕੋਈ ਟਾਵਾਂ ਟਾਵਾਂ ਹੀ ਹੈ ਜਿਹੜਾ ਜੁੜਦਾ। ਉਹ ਸਾਹਿਬਾਂ ਨੇ ਇਹਦਾ ਗਲਤ ਭਾਵਨਾ ਜਗਤ ਸਮਝ ਲਵੇ, ਸਾਨੂੰ ਉੱਥੇ ਖੁਲਾਸਾ ਨਾਲ ਹੀ ਕਰ ਦਿੱਤਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਕਹਿੰਦੇ ਜੇ ਕੋਈ ਸੱਚਮੁੱਚ ਮਨ ਕਰਕੇ ਹੀ ਗਾਣਾ ਔਖਾ, ਮਨ ਕਰ ਕਬੂ ਨਾ ਹਰ ਗੁਣ ਗਾਏ। ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਜ਼ੁਬਾਨ ਤੋਂ ਤਾਂ ਗਾਈ ਜਾ ਰਿਹਾ ਸੰਸਾਰ, ਮੁਖੋਂ ਹਰ ਹਰ ਸਭ ਕੋ ਕਹੈ। ਜ਼ੁਬਾਨ ਤੋਂ ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ ਜਾਂ ਹੋਰ ਕਿਸੇ ਨਾਮ ਨਾਲ ਸਾਰਾ ਜਗਤ ਲੱਗਦਾ ਵੀ ਸਾਰਾ ਹੀ ਜਗਤ ਉਹਦੀ ਭਗਤੀ ਚ ਰੁੱਝਿਆ ਹੋਇਆ, ਪਰ ਮਨ ਕਰਕੇ ਕੋਈ ਵਿਰਲਾ ਹੀ ਹੈ ਜਿਹੜਾ ਜੁੜਿਆ ਹੋਇਆ। ਕਿਉਂਕਿ ਖੇਡ ਹੈ ਜਨ ਨਾਨਕੇ, ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣਾ। ਸੌਖਾ ਕੰਮ ਤਾਂ ਜ਼ੁਬਾਨ ਨਾਲ ਕਹਿਣਾ ਸੌਖਾ ਹੈ। ਮਨ ਦੇ ਫੁਰਨਿਆਂ ਨੂੰ ਸੰਸਾਰ ਦੇ ਰੰਗ ਤਮਾਸ਼ਿਆਂ ਤੋਂ, ਸੰਸਾਰੀ ਪਦਾਰਥਾਂ ਦੇ ਫੁਰਨਿਆਂ ਤੋਂ ਸੰਕੋਚ ਕੇ ਸਾਵਧਾਨ ਇਕਾਗਰ ਚੀਤ ਹੋ ਕੇ ਉਸ ਨੂੰ ਚੇਤੇ ਕਰਨਾ ਅਭਿਆਸ ਚਾਹੀਦਾ। ਸੋ ਸਾਹਿਬ ਇੱਥੇ ਪ੍ਰੇਰਨਾ ਬਖਸ਼ਿਸ਼ ਕਰਨੇ, ਅੱਜ ਹੂੰ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਰਾਮ ਮੁਰਾਰ। ਕੇ ਪਿੱਛੇ ਜੋ ਬੀਤਿਆ ਸੋ ਬੀਤਿਆ, ਕੋਈ ਨਹੀਂ ਭਾਈ, ਹੁਣ ਸਮਝ ਲਾ। ਜਿਵੇਂ ਆਪਾਂ ਅਕਸਰ ਪੰਜਾਬੀ ਚ ਅਖਾਣ ਆਖਦੇ ਨੇ, ਜਦੋਂ ਜਾਗੋ ਉਦੋਂ ਸਵੇਰਾ। ਗੱਲ ਵੀ ਠੀਕ ਹੈ, ਜੇ ਪਿੱਛੇ ਤੇ ਖਾਲੀ ਪਛਤਾਉਂਦਾ ਰਹੇਗਾ ਤਾਂ ਕੁਝ ਵੀ ਹਾਸਲ ਨਹੀਂ ਹੋਣਾ। ਪਿੱਛੇ ਦੇ ਪਛਤਾਉਣ ਦਾ ਵੀ ਲਾਭ ਤਾਂ ਹੀ ਹੈ ਕਿ ਅਗਲਾ ਆਉਣ ਵਾਲਾ ਸਮਾਂ ਜਿਹੜਾ ਹੁਣ ਇੱਕ ਪਨ ਛਿਲ ਵੀ ਉਹਨੂੰ ਵੇਸਟ ਨਾ ਕਰੇ, ਉਹਨੂੰ ਖਰਾਬ ਨਾ ਕਰੇ, ਅਜਾਈ ਨਾ ਗਵਾਏ। ਅੱਜ ਹੂੰ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਕਹਿੰਦੇ ਭਾਈ ਹੁਣ ਚਾਹੀ, ਜਿਵੇਂ ਆਪਾਂ ਭਗਤ ਬਾਣੀ ਚ ਪੜ੍ਹਦੇ ਹਾਂ, ਕਬੀਰ ਏਕ ਕਰੀ ਆਦਿ ਕਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਔਰ ਸੱਚਮੁੱਚ ਇੱਕ ਪਲ ਵੀ ਮਨ ਚਿੱਤ ਸੁਰਤ ਨਾਲ ਉਹਦੇ ਨਾਲ ਜੁੜ ਜਾਣਾ, साउंड बंद हो गई, आवाज मुझे लगता है कोई नेटवर्क दिक्कत है। रिकॉर्डिंग बंद कर दो जी। ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ। ਭਾਖਿਓ ਦਾ ਭਾਵ ਹੈ ਕਹਿ ਕੇ, ਬੋਲ ਕੇ। ਨਾਨਕ ਜੀ ਕਹਿੰਦੇ ਨੇ, ਹੀ ਜਗਤ ਦੇ ਜੀਵ ਲੋਕੋ ਭਾਈ, ਆਪਣੀ ਮਤ ਨੂੰ ਸਾਧਨ ਲਈ ਹਾਲੇ ਹੀ ਸਮਝ ਜਾ ਤੇ ਉਸ ਮਾਲਕ ਨੂੰ, ਮੁਰਾਰ ਨੂੰ ਭਜ ਲੈ।
ਇਹ ਤੈਨੂੰ ਪੁਕਾਰ ਪੁਕਾਰ ਕੇ ਬੋਲ ਬੋਲ ਕੇ ਇਹ ਬੇਨਤੀ ਕਰ ਰਹੇ ਆ, ਪ੍ਰੇਰਨਾ ਕਰ ਰਹੇ। ਗੁਰੂ ਪਿਤਾ ਤਾਂ ਰੋਜ਼ ਹੀ ਹਰ ਪਲ ਹਰ ਛਿਨ ਸਾਨੂੰ ਸੱਦਾ ਦਿੰਦੇ ਨੇ, ਪੁਕਾਰਦੇ ਨੇ। ਉਹ ਵਡਭਾਗੀ ਨੇ ਜਿਹੜੇ ਗੁਰੂ ਪਿਤਾ ਦੀ ਪੁਕਾਰ ਨੂੰ, ਗੁਰੂ ਪਿਤਾ ਦੇ ਸੱਦੇ ਨੂੰ, ਉਹਨਾਂ ਦੇ ਬਖਸ਼ੇ ਹੋਏ ਨਿਰਮਲ ਪ੍ਰੇਰਨਾ ਰੂਪੀ ਬਚਨਾਂ ਨੂੰ ਸੁਣ ਕੇ ਉਸ ਪਾਸੇ ਯਤਨਸ਼ੀਲ ਹੋ ਜਾਂਦੇ ਨੇ। ਤੇ ਜਿਹੜੇ ਜਿਹੜੇ ਤੁਰ ਪੈਂਦੇ ਨੇ ਸਾਹਿਬ ਹਰ ਪਲ ਹਰ ਛਿਨ ਉਹਨਾਂ ਦੇ ਨਾਲ ਨੇ, ਮਦਦਗਾਰ ਨੇ। ਆਪਾਂ ਜਿਵੇਂ ਬਚਨ ਪੜ੍ਹਦੇ ਆ ਸਾਹਿਬਾਂ ਦੇ ਵੀ ਜੇ ਉਸ ਮਾਲਕ ਦੇ ਵੱਲ ਨੇਕ ਨੀਤੀ ਨਾਲ ਅਸੀਂ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਖ ਹੈ। ਮਾਨੋ ਜਿਵੇਂ ਬੱਚੇ ਨੂੰ ਜਿਹੜਾ ਹਲੇ ਮਸਾਂ ਮਸਾਂ ਤੁਰਨਾ ਸਿੱਖਿਆ, ਜਿਵੇਂ ਮਾਤਾ ਪਿਤਾ ਬੜੀ ਮਿਹਨਤ ਮੁਸ਼ੱਕਤ ਨਾਲ, ਬੜੀ ਸੰਜੀਦਗੀ ਨਾਲ, ਬੜੇ ਧਿਆਨ ਨਾਲ ਉਹਦਾ ਇੱਕ ਇੱਕ ਕਦਮ ਪੁੱਟਣਾ ਉਹਨੂੰ ਸਿਖਾਉਂਦੇ ਨੇ ਤੇ ਉਹਨੂੰ ਹੱਲਾਸ਼ੇਰੀ ਦਿੰਦੇ ਨੇ। ਬੱਚਾ ਡਰਦਾ ਕਿ ਮੈਂ ਡਿੱਗ ਪਵਾਂਗਾ, ਹੱਲਾਸ਼ੇਰੀ ਦਿੰਦੇ ਨੇ ਕਿ ਤੁਰ ਕੋਈ ਨਹੀਂ, ਤੈਨੂੰ ਡਿੱਗਣ ਨਹੀਂ ਦਿਆਂਗੇ, ਸੰਭਾਲ ਲਾਂਗੇ ਅਸੀਂ। ਗੁਰੂ ਪਿਤਾ ਇਸ ਤਰ੍ਹਾਂ ਹੀ ਸਾਨੂੰ ਆਪਣੇ ਬੱਚਿਆਂ ਨੂੰ ਜਿਸ ਮਾਰਗ ਤੇ ਤੁਰਨ ਲਈ ਕਈ ਵਾਰੀ ਮਨ ਚ ਲੱਗਦਾ ਨਹੀਂ ਜੀ ਅਸੀਂ ਕਿੱਥੇ ਅੰਮ੍ਰਿਤ ਛਕ ਸਕਦੇ ਹਾਂ, ਸਾਡੇ ਕੋਲੋਂ ਕਿੱਥੇ ਉੱਠਿਆ ਜਾਣਾ, ਸਾਡੇ ਕੋਲੋਂ ਕਿੱਥੇ ਨਿਤਨੇਮ ਹੋਣਾ, ਸਾਡੇ ਕੋਲੋਂ ਕਿੱਥੇ ਗੁਰੂ ਘਰ ਜਾ ਹੋਣਾ। ਸੋ ਗੁਰੂ ਪਾਤਸ਼ਾਹ ਇਸੇ ਸਾਰੇ ਸ਼ੰਕਿਆਂ ਦੀ ਆਪਣੇ ਪਾਵਨ ਬਚਨਾਂ ਰਾਹੀਂ ਸਾਡੇ ਅੰਗ ਸੰਗ ਹੁੰਦਿਆਂ ਹੋਇਆਂ ਸਾਨੂੰ ਭਰੋਸਾ ਦਿਵਾਉਂਦੇ ਨੇ ਕਿ ਤੂੰ ਤੁਰ ਤਾਂ ਸਹੀ ਭਾਈ, ਉਦਮਤਾ ਕਰ, ਇੱਕ ਵਾਰੀ ਆਪਣਾ ਹੱਥ ਤਾਂ ਮੈਨੂੰ ਫੜਾ ਦੇ, ਉਂਗਲੀ ਤਾਂ ਫੜਾ ਦੇ, ਮੈਂ ਆਪੇ ਤੈਨੂੰ ਉਸ ਬਾਪੂ ਦੇ ਦਰ ਘਰ ਤੱਕ ਲੈ ਜਾਵਾਂਗਾ। ਔਰ ਇਹ ਸੱਚ ਹੈ, ਜਿਹੜੇ ਜਿਹੜੇ ਭਰੋਸਾ ਕਰਕੇ ਤੁਰ ਪੈਂਦੇ ਨੇ ਗੁਰੂ ਪਾਤਸ਼ਾਹ ਹਮੇਸ਼ਾ ਅੰਗ ਸੰਗ ਹੁੰਦੇ ਆ, ਉਹਨਾਂ ਦੀ ਮਦਦ ਕਰਦੇ ਨੇ ਤੇ ਉਹਨਾਂ ਨੂੰ ਇਸ ਜੀਵਨ ਦੀ ਯਾਤਰਾ ਨੂੰ ਸਫਲ ਕਰਨ ਵਿੱਚ ਸਹਾਇਕ ਹੁੰਦੇ ਨੇ। ਜਿੱਥੋਂ ਤੱਕ ਨਾਸ਼ਮਾਨਤਾ ਦਾ ਗੱਲ ਹੈ, ਸਾਹਿਬਾਂ ਨੇ ਬਹੁਤ ਸਾਰੇ ਬਚਨ ਬਾਣੀ 'ਚ ਬਖਸ਼ਿਸ਼ ਕੀਤੇ ਨੇ। ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸਿਓ, ਹਟ ਪਟਣ ਬਾਜ਼ਾਰ ਹੁਕਮੀ ਤਹਿਸੀਓ, ਪੱਕੇ ਬੰਦ ਦੁਆਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਦੀ ਤੇ ਇਖਣੇ। ਕਹਿੰਦੇ ਜੋ ਚਾਹੇ ਤਾਂ ਪੱਕਿਆਂ ਨੂੰ ਵੀ ਮਿੱਟੀ 'ਚ ਮਲੀਆ ਮੇਟ ਕਰ ਸਕਦਾ। ਕਹਿੰਦੇ ਚਾਹੇ ਰਾਜੇ ਨੇ ਤੇ ਚਾਹੇ ਉਹਨਾਂ ਦੀ ਪਰਜਾ ਹੈ ਤੇ ਚਾਹੇ ਚੌਧਰੀ ਨੇ, ਕਹਿੰਦੇ ਰਹਿਣਾ ਸੰਸਾਰ ਤੇ ਕਿਸੇ ਨੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਹਟ ਪਟਣ ਬਾਜ਼ਾਰ ਹੁਕਮੀ ਤਹਿਸੀਓ, ਕਹਿੰਦੇ ਦੁਕਾਨਾਂ, ਬਾਜ਼ਾਰ, ਸ਼ਹਿਰ, ਕਹਿੰਦੇ ਉਹਦੇ ਮਾਲਕ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਬਚਨ ਪੜ੍ਹਿਆ ਸੀ, ਜੋ ਦੀਸੈ ਸੋ ਸਗਲ ਵਿਨਾਸ਼ੈ ਜਿਉ ਬਾਦਰ ਕੀ ਛਾਂ। ਜਿਵੇਂ ਬੱਦਲ ਦਾ ਪਰਛਾਵਾਂ ਕਦੇ ਸਦਾ ਕਾਇਮ ਨਹੀਂ ਰਹਿੰਦਾ, ਕਹਿੰਦੇ ਇਸ ਤਰ੍ਹਾਂ ਹੀ ਆ ਸਾਰਾ ਜੋ ਵੀ ਦਿਸਦਾ ਬੜੇ ਬੜੇ ਸੋਹਣੇ ਸਜੇ ਹੋਏ ਪਦਾਰਥਾਂ ਨਾਲ ਆਲੀਸ਼ਾਨ ਬਾਜ਼ਾਰ, ਸ਼ਹਿਰ ਸਭ ਗਰਕ ਹੋ ਜਾਣੇ, ਸਭ ਫਨਾ ਹੋ ਜਾਣੇ ਉਹਦੇ ਹੁਕਮ ਦੇ ਵਿੱਚ। ਪੱਕੇ ਬੰਦ ਦੁਆਰ, ਕਹਿੰਦੇ ਬੜੀ ਬੜੀਆਂ ਪੱਕੀਆਂ ਇਮਾਰਤਾਂ, ਪੱਕੇ ਮਹਿਲ ਮਾੜੀਆਂ, ਕਹਿੰਦੇ ਜਿਨ੍ਹਾਂ ਨੂੰ ਮੂਰਖ ਆਪਣੇ ਜਾਣਦਾ ਹੈ, ਬੜਾ ਗੁਮਾਨ ਕਰਦਾ ਉਹਨਾਂ ਤੇ ਬਣਾ ਕੇ ਲੋਕਾਂ ਨੂੰ ਦਿਖਾਉਂਦਾ, ਦੇਖੋ ਜੀ ਮੇਰਾ ਘਰ, ਮੇਰੀ ਕੋਠੀ, ਮੇਰਾ ਬੰਗਲੋ। ਕਹਿੰਦੇ ਉਹ ਸਾਰੇ ਜਿਨ੍ਹਾਂ 'ਚ ਬੇਅੰਤ ਪਦਾਰਥ ਵੀ ਉਸਨੇ ਆਲੀਸ਼ਾਨ ਆਪਣੇ ਸ਼ਾਨੋ ਸ਼ੌਕਤ ਲਈ ਔਰ ਸੁਖ ਮਨ ਲਈ ਇਕੱਠੇ ਕੀਤੇ ਹੁੰਦੇ ਨੇ, ਕਹਿੰਦੇ ਉਹਨਾਂ ਨੂੰ ਇੱਕ ਛਿਨ ਪਲ ਵਿੱਚ ਖਾਲੀ ਕਰ ਸਕਦਾ ਹੈ। ਖਿਨ ਮੈਂ ਰਾਓ ਰੰਕ ਕੋ ਕਰਈ, ਰਾਓ ਰੰਕ ਕਰ ਡਾਲੇ, ਰੀਤੇ ਭਰੇ ਭਰੇ ਸਖਨਾਵੇ, ਇਹ ਤਾਂ ਕੋ ਵਿਵਹਾਰੇ। ਇਸ ਲਈ ਉਹਨਾਂ ਤੇ ਮਾਣ ਨਹੀਂ ਕਰਨਾ, ਉਹਨਾਂ ਤੋਂ ਸੁੱਖ ਦੀ ਆਸ ਨਹੀਂ ਕਰਨੀ। ਗੁਰੂ ਪਾਤਸ਼ਾਹ ਦੇ ਬਚਨਾਂ ਦੀ ਸੰਗਤ ਕਰਦਿਆਂ ਹੋਇਆ ਆਪਣਾ ਜੀਵਨ ਸਵਾਰਨ ਦਾ ਆਪਾਂ ਯਤਨ ਕਰਨਾ ਜੀ। ਹਾਂਜੀ, ਅਗਲਾ ਸ਼ਬਦ ਜੀ, ਅਗਲਾ ਸ਼ਬਦ ਡਿਸਪਲੇ ਕਰ ਦਿਓ ਜੀ। ਇਹ ਵੀ ਸੋਰਠ ਰਾਗ ਦੇ ਵਿੱਚ ਸ਼ਬਦ ਹੈ। ਇਸ ਵਿੱਚ ਵੀ ਸੰਸਾਰ ਦੀ ਨਾਸ਼ਮਾਨਤਾ ਬਾਰੇ ਸਾਹਿਬਾਂ ਨੇ ਬਚਨ ਬਖਸ਼ਿਸ਼ ਕੀਤੇ ਨੇ। ਸੋਰਠ ਮਹੱਲਾ ਨੌਵਾਂ। ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ ਰਹਾਉ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਤਨ ਸਿਉ ਲਾਗੇ, ਜਬ ਹੀ ਨਿਰਧਨ ਦੇਖਿਓ ਨਰ ਕੋ, ਸੰਗ ਛਾੜ ਸਭ ਭਾਗੇ।
कहो कहाँ या मन बौरे को, इनस्यों नेह लगायो। दीनानाथ सकल पै पंजन, जस ताको बिसरायो। स्वान पूछ ज्यों पयो ना सुदो, बहुत जतन मैं कीनो। नानक लाज बिरद की राखो, नाम तुहारो लीनो। सो साहिब बख्शिश कर ने, ਇਹ जग मीत ना देखियो कोई, सगल जगत अपने सुख लागियो, दुख में संग ना होई। कि इस जगत विच निस्वार्थ मित्र कहंदे मैं किसी ਨੂੰ नहीं देखिया। ਕਹਿੰਦੇ ਸੰਸਾਰ ਸਾਰਾ ਹੀ ਆਪਣੇ ਆਪਣੇ ਸੁੱਖਾਂ ਕਾਰਨ, ਆਪਣੇ ਆਪਣੇ ਸਵਾਰਥ ਕਾਰਨ ਸੰਬੰਧ ਬਣਾਈ ਬੈਠਾ। ਉਹਨਾਂ ਸੰਬੰਧਾਂ ਨੂੰ ਉਦੋਂ ਤੱਕ ਮੇਨਟੇਨ ਕਰਦਾ, ਉਦੋਂ ਤੱਕ ਉਹਨਾਂ ਸੰਬੰਧਾਂ ਦੀ ਕੁਛ ਪ੍ਰਤੀਤ ਰਹਿੰਦੀ ਹੈ, ਜਦੋਂ ਤੱਕ ਆਪਣੇ ਕਿਸੇ ਸਵਾਰਥ ਦੀ, ਆਪਣੇ ਸੁੱਖ ਦੀ ਪੂਰਤੀ ਹੋ ਰਹੀ ਹੁੰਦੀ ਹੈ। ਤੇ ਜਦੋਂ ਲੱਗਦਾ ਮੈਨੂੰ ਹੁਣ ਇਸ ਬੰਦੇ ਤੋਂ, ਇਸ ਸੰਬੰਧੀ ਤੋਂ ਹੁਣ ਕੋਈ ਲੋੜ ਨਹੀਂ ਪੈਣੀ, ਤਾਂ ਉਹਨਾਂ ਤੋਂ ਸੰਸਾਰ ਜਗਤ ਨੂੰ ਫੇਰ ਲੈਂਦਾ। ਔਰ ਖਾਸ ਤੌਰ ਤੇ ਜਿਹੜੇ ਤੁਹਾਡੇ ਨਾਲ ਦੁੱਖ ਸੁੱਖ ਵੇਲੇ ਖੜੇ ਵੀ ਹੁੰਦੇ ਨੇ, ਜੇ ਉਹਨਾਂ ਤੇ ਕਦੇ ਦੁੱਖ ਦੀ, ਕਸ਼ਟ ਦੀ ਭੀੜਾ ਆ ਬਣੇ, ਤੇ ਕਹਿੰਦੇ ਉਦੋਂ ਜਗਤ ਆਮ ਤੌਰ ਤੇ ਪਾਸਾ ਵੱਟ ਜਾਂਦਾ, ਮੂੰਹ ਫੇਰ ਲੈਂਦਾ, ਮਦਦਗਾਰ ਨਹੀਂ ਹੁੰਦਾ। ਕੇਵਲ ਇੱਕ ਨਿਰੰਕਾਰ ਗੁਰੂ ਪਰਮੇਸ਼ਰ ਹੀ ਹੈ, ਜਿਸ ਦਾ ਸੁਭਾਅ ਜਿਹੜਾ ਦਿਆਲਤਾ ਵਾਲਾ, ਕਿਰਪਾਲਤਾ ਵਾਲਾ, ਬਖਸ਼ਿੰਦਗੀ ਵਾਲਾ, ਜਿਸ ਦੀ ਪ੍ਰੀਤ ਵਿੱਚ ਰੰਚਕ ਮਾਤਰ ਵੀ, ਸੂਈ ਦੀ ਨੋਕ ਜਿੰਨਾ ਕਿਣਕਾ ਮਾਤਰ ਵੀ ਸਵਾਰਥ ਨਹੀਂ ਹੈ। ਸੰਸਾਰ ਦੇ ਬਹੁਤੇ ਸੰਬੰਧ ਜਿਹੜੇ ਨੇ ਉਹ ਲੈਣ ਦੇਣ ਤੇ ਕਿਸੇ ਨਾ ਕਿਸੇ ਦਿਸਦੇ ਜਾਂ ਅਣਦਿਸਦੇ ਸਵਾਰਥ ਨਾਲ ਜੁੜੇ ਹੋਏ ਨੇ। ਸਾਹਿਬ ਬਾਣੀ ਚ ਬਚਨ ਬਖਸ਼ਿਸ਼ ਕਰਦੇ ਨੇ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜੰਗ ਪਾ ਦਿਓ, ਕੋ ਕਾਹੂ ਕੋ ਨਾਹੀ। ਉਹਦੇ ਵਿੱਚ ਤਾਂ ਸਾਹਿਬਾਂ ਨੇ ਇੱਥੋਂ ਤੱਕ ਸਮਝਾ ਦਿੱਤਾ, ਘਰ ਕੀ ਨਾਰ ਬਹੁਤ ਹਿਤ ਜਾਂ ਸਿਓ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਬਿਦਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨੇਹ ਲਗਾਇਓ। ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨਾਇ। ਕਹਿੰਦੇ ਜਿਨ੍ਹਾਂ ਨਾਲ ਇੰਨਾ ਨੇਹ ਲਗਾਈ ਬੈਠਾ, ਮੋਹ ਪਾਈ ਬੈਠਾ, ਪ੍ਰੀਤ ਪਾਈ ਬੈਠਾ, ਕਹਿੰਦੇ ਅਸਲ ਵਿੱਚ ਤੇਰੇ ਮਿੱਤਰ ਹੈ ਨਹੀਂ। ਤੇ ਜਿਹੜਾ ਸੱਚਾ ਮਿੱਤਰ ਹੈ, ਸਾਹਿਬ ਬਖਸ਼ਿਸ਼ ਕਰਦੇ ਨੇ, ਉਹਨੂੰ ਤੇਰੇ ਤੱਕ ਕੋਈ ਗਰਜ਼ ਨਹੀਂ, ਕੋਈ ਸਵਾਰਥ ਨਹੀਂ, ਨਾ ਤੂੰ ਉਹਦੀ ਕੋਈ ਗਰਜ਼ ਪੂਰੀ ਕਰਨ ਦੇ ਤੇਰੀ ਸਮਰੱਥਾ ਹੈ। ਕਿ ਉਹ ਐਸਾ ਰਹਿਮਤ ਭਰਿਆ, ਐਸਾ ਹਮੇਸ਼ਾ ਮਦਦ ਦੇ ਸੁਭਾਅ ਵਾਲਾ ਹੈ, ਉਹਦਾ ਸੁਭਾਅ ਹੈ। ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿੱਤ ਸਹਾਈ। ਹਰ ਕਿਰਪਾ ਤੇ ਹਰ ਮਨ ਵਸੈ, ਹੋਰ ਤੇ ਬਿਧ ਲਿਆ ਨਾ ਜਾਏ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤੇ ਬਿਧ ਲਿਆ ਨਾ ਜਾਏ। ਪਰ ਕਹਿੰਦੇ ਉਹਦੇ ਨਾਲ ਪ੍ਰੀਤ ਜਿਹੜੀ ਪੈਂਦੀ ਹੈ, ਸਾਂਝ ਜਿਹੜੀ ਪੈਂਦੀ ਹੈ, ਨੇੜਤਾ ਜਿਹੜੀ ਬਣਦੀ ਹੈ, ਉਹ ਗੁਰੂ ਦੇ ਰਾਹੀਂ ਬਣਦੀ ਹੈ, ਹੋਰ ਕੋਈ ਤਰੀਕਾ ਨਹੀਂ। ਲੇਕਿਨ ਸੰਸਾਰ ਵਿੱਚ ਕਹਿੰਦੇ ਮੈਂ ਸਾਰੇ ਰਿਸ਼ਤੇ ਸੰਬੰਧ ਵੇਖ ਪਰਖ ਕੇ ਦੇਖ ਲਏ, ਕਹਿੰਦੇ ਮੈਨੂੰ ਨਿਸਵਾਰਥ ਮਿੱਤਰ ਕੋਈ ਨਹੀਂ ਦਿਖਿਆ। ਸਾਰੇ ਆਪਣੇ ਹੀ ਕਿਸੇ ਨਾ ਕਿਸੇ ਸੁੱਖ ਕਾਰਨ, ਕਿਸੇ ਸਵਾਰਥ ਕਾਰਨ, ਕਿਸੇ ਗਰਜ਼ ਕਾਰਨ ਜੁੜੇ ਹੋਏ ਨੇ। ਔਰ ਜਦੋਂ ਮੁਸੀਬਤ ਪੈਂਦੀ ਹੈ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਜਿਸ ਘੇਰੇ। ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ। ਕਹਿੰਦੇ ਵਿਪਤਾ ਆਉਣ ਦੇ ਉੱਤੇ, ਆਪਦਾ ਵਿਪਦਾ ਮੁਸ਼ਕਲ ਆਉਣ ਤੇ ਕਹਿੰਦੇ ਉਹ ਸਾਰੇ ਲਗਭਗ ਮੂੰਹ ਫੇਰ ਜਾਂਦੇ ਨੇ। ਇਸੇ ਲਈ ਸਾਹਿਬ ਬਖਸ਼ਿਸ਼ ਕਰਦੇ ਨੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਸੁਖ ਦੁਖ ਇਸ ਮਨ ਕੀ ਬਿਰਥਾ, ਤੁਝ ਹੀ ਆਗੇ ਸਾਰੇ। ਜੇ ਕਦੇ ਕਸ਼ਟ, ਕੋਈ ਔਖੀ ਘੜੀ, ਮੁਸ਼ਕਲ ਭਰਾ ਸਮਾਂ ਆਉਂਦਾ ਹੈ, ਤਾਂ ਸਾਹਿਬ ਬਖਸ਼ਿਸ਼ ਕਰਦੇ ਨੇ ਉਸ ਮਾਲਿਕ ਨੂੰ ਚੇਤੇ ਕਰ। ਜਾਂ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ ਲਾਗੂ ਹੋਏ। ਦੁਸ਼ਮਨਾ ਸਾਕ ਦੀ ਭੱਜ ਖਲੇ, ਸਭੋ ਭੱਜੈ ਆਸਰਾ ਚੂਕੈ। ਸਭ ਸਰਾਉ ਚਿਤ ਆਵੇ, ਉਸ ਪਾਰ ਬ੍ਰਹਮ ਲਗੇ ਨਾ ਤੱਤੀ ਵਾਓ। ਸਾਹਿਬ ਨਿਤਾਣਿਆ ਕਾ ਤਾਣ। ਕਹਿੰਦੇ ਜਿਹਦੀ ਕੋਈ ਬਾਂਹ ਨਹੀਂ ਫੜਦਾ, ਜਿਹਦਾ ਕੋਈ ਮਦਦਗਾਰ ਨਹੀਂ, ਉਹਦਾ ਮਦਦਗਾਰ ਉਹ ਆਪ ਹੈ। ਇਸ ਕਰਕੇ ਉਹਦੇ ਨਾਲ ਪ੍ਰੀਤ ਪਾਓ, ਜੀਓ।
अगला बंद कर दो जियो। दारा मीत पूत संबंधी सगरे धन स्यों लागे। दारा पावे स्त्री पत्नी, मीत मित्र, पुत्र भाव धियां पुत्र, संबंधी रिश्तेदार। कहते चाहे पत्नी है, चाहे मित्र ने, चाहे धियां पुत्र ने, चाहे साक संबंधी रिश्तेदार ने, सगरे धन स्यों लागे। ਜਦੋਂ ਤੱਕ ਤੁਹਾਡਾ ਹੱਥ ਸੌਖਾ ਹੈ ਔਰ ਜਦੋਂ ਤੱਕ ਉਹਨਾਂ ਨੂੰ ਲੱਗਦਾ ਹੈ ਵੀ ਮੇਰੇ ਗੋਚਰੀ ਇਹਨੂੰ ਕੋਈ ਲੋੜ ਨਹੀਂ ਪੈ ਸਕਦੀ, ਇਹ ਆਪ ਹੀ ਘਰੋਂ ਸੌਖਾ ਹੈ, ਕਹਿੰਦੇ ਉਦੋਂ ਤੱਕ ਤਾਂ ਉਹ ਨੇੜੇ ਢੁਕਦੇ ਨੇ, ਆਸ-ਪਾਸ ਮੰਡਰਾਉਂਦੇ ਨੇ ਔਰ ਬੜਾ ਆਪਣਾਪਨ ਜਤਾਉਂਦੇ ਨੇ। ਆਪਾਂ ਦੇਖਦੇ ਹਾਂ ਸਾਰੇ ਸੰਸਾਰ ਦੇ ਵਿੱਚ ਵਿਹਾਰ ਨੇ। जब ही निर्धन देखियो नर को संग छाड़ सब भागे। जे किते चंगे भले चलते हुए बिजनेस विच अचानक कोई क्राइसिस आ गया, फाइनेंशियल पोजीशन आर्थिक जिहड़े हालात ने वो बड़े चंगे तो सधारण या सधारण तो भी हेठा माड़े हो गए, तो कहंदे वो लोग जानते हुए भी और समर्था होंदे हुए भी, एक तो है भी जिस रिश्तेदार संबंधी मित्र नूं मैं मदद लई हथ अड्डिया या मदद लई पुकार की, वो आप ही समर्थ नहीं है। एक है कि वो आप समर्थ है पर उसकी नीयत विच खोट है, वो देना नहीं चाहता, पता नहीं इसका बिजनेस कदों ठीक होएगा, कदों देण दे वापस मोड़न दे काबिल होएगा, तो कोई ना कोई आना बहाना करके जे तुसीं मदद लई पुकार भी करदे हो ਤਾਂ ਉਹ ਪਾਸਾ ਵਟ ਜਾਂਦੇ ਨੇ, ਟਾਲ ਮਟੋਲ ਕਰ ਜਾਂਦੇ। ਸਾਹਿਬਾਂ ਦੇ ਬਚਨ ਨੇ, ਬਾਣੀ ਹੈ ਤ੍ਰੈ ਕਾਲ ਸੱਚ ਹੈ, ਜਬ ਹੀ ਨਿਰਧਨ ਦੇਖਿਓ ਨਰ ਕੋ ਸੰਗ ਛਾੜ ਸਭ ਭਾਗੇ। ਕਹਿੰਦੇ ਮੁਸ਼ਕਲ ਆਉਣ ਤੇ, ਆਰਥਿਕ ਹਾਲਾਤ ਮੰਦੇ ਹੋਣ ਤੇ, ਘਰ ਵਿੱਚ ਔਖਾ ਸਮਾਂ ਆਉਣ ਤੇ, ਕਹਿੰਦੇ ਜਿਹੜੇ ਮਿੱਤਰ ਸੀ, ਸੰਬੰਧੀ ਸੀ, ਜਿਹੜੇ ਆਸ-ਪਾਸ ਮੰਡਰਾਉਂਦੇ ਰਹਿੰਦੇ ਸੀ, ਆਏ ਦਿਨ ਘਰ 'ਚ ਡੇਰੇ ਲਾਈ ਰੱਖਦੇ ਸੀ, ਖਾਣ ਲਈ, ਪੀਣ ਲਈ, ਹੋਰ ਪਦਾਰਥਾਂ ਦੇ ਰੰਗ ਤਮਾਸ਼ਿਆਂ, ਪਾਰਟੀਆਂ ਦੀਆਂ ਮਹਿਫਲਾਂ ਕਰਨ ਲਈ, ਕਹਿੰਦੇ ਔਖਾ ਸਮਾਂ ਆਉਂਦਿਆਂ ਹੀ ਕਹਿੰਦੇ ਸੰਗ ਛੱਡ ਕੇ ਭੱਜ ਗਏ, ਸਾਥ ਛੱਡ ਗਏ, ਪਿੱਠ ਦੇ ਗਏ। ਜਬ ਹੀ ਨਿਰਧਨ ਦੇਖਿਓ ਨਰ ਕੋ ਸੰਗ ਛਾੜ ਸਭ ਭਾਗੇ। ਇਹ ਸੰਸਾਰ ਦਾ ਵਰਤਨ ਵਿਹਾਰ ਹੈ। ਸਾਧਾਂ ਨੇ ਤਾਂ ਬਾਬੇ ਨਾਨਕ ਨੇ ਜਦੋਂ ਸੰਸਾਰ ਦਾ ਅਗਵਾਈ ਉਸ ਮਾਲਕ ਦੇ ਹੁਕਮ ਦੇ ਵਿੱਚ ਜਗਤ ਨੂੰ ਤੁਰਕੀ ਬਾਣੀ ਦਾ ਚਾਨਣ ਮੰਨਣਾ ਸ਼ੁਰੂ ਕੀਤਾ, ਉਦੋਂ ਹੀ ਦੱਸ ਦਿੱਤਾ ਸੀ ਸਾਹਿਬਾਂ ਨੇ ਤਾਂ ਵੀ ਇਹ ਸੰਸਾਰ ਦਾ ਵਿਹਾਰ ਤਾਂ ਇਦਾਂ ਦਾ ਹੋਇਆ ਪਿਆ ਕਿ ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਕਹਿੰਦੇ ਸੰਸਾਰ ਦਾ ਵਿਹਾਰ ਤਾਂ ਇਦਾਂ ਹੈ ਕਿ ਭਾਈ ਮਿੱਤਰਾਂ ਸੰਬੰਧੀਆਂ ਨੇ ਦੁਨੀਆ ਦੇ ਪਦਾਰਥਾਂ ਦੀ ਖਾਤਰ ਆਪਣੇ ਅਸੂਲਾਂ ਨੂੰ, ਸਦਾਚਾਰਕ ਭਾਈ ਸਾਂਝ ਨੂੰ, ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਆਉਣ ਵਾਲੀ ਸਾਂਝ ਨੂੰ ਵੀ ਖਤਮ ਕਰ ਦਿੱਤਾ, ਉਦੋਂ ਹੀ ਮੂੰਹ ਮੋੜ ਲਿਆ। ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹਿਓ ਕੋਈ। ਭਾਈ ਕਹਿੰਦੇ ਦੁਨੀਆ ਦਾ ਵਿਹਾਰ ਕਿੱਦਾਂ ਦਾ ਹੋ ਗਿਆ, ਕਿੱਦਾਂ ਦੇ, ਜਿਹਨੂੰ ਆਪਾਂ ਕੋਰੇ ਕਹਿ ਦਿੰਦੇ ਆ, ਹੋ ਗਏ ਆ, ਜਿਹਨੂੰ ਆਪਾਂ ਕਹਿੰਦੇ ਨੇ ਖੂਨ ਸਫੇਦ ਹੋ ਗਏ ਨੇ। ਸੱਚਮੁੱਚ ਐਸਾ ਹੀ ਬਹੁਤੇ ਸੰਸਾਰ ਦਾ ਵਰਤਨ ਵਿਹਾਰ ਹੈ। ਸਿਰਫ ਉਹਨਾਂ ਜੀਵਾਂ ਦਾ ਵਰਤਨ ਵਿਹਾਰ ਸਾਵਾਂ ਹੁੰਦਾ ਹੈ, ਭਲਾ ਹੁੰਦਾ ਹੈ, ਚੰਗਾ ਹੁੰਦਾ ਹੈ, ਪਰਉਪਕਾਰ ਵਾਲਾ ਹੁੰਦਾ ਹੈ, ਜਿਹੜੇ ਗੁਰੂ ਪਰਮੇਸ਼ਰ ਨਾਲ ਮਨ ਕਰਕੇ ਜੁੜੇ ਹੁੰਦੇ ਨੇ, ਜਿਹੜੇ ਗੁਰੂ ਪਰਮੇਸ਼ਰ ਦੇ ਦੱਸੇ ਹੋਏ ਰਾਹ ਤੇ, ਗੁਰਮਤ ਗਾਡੀ ਰਾਹ ਤੇ ਤੁਰ ਰਹੇ ਹੁੰਦੇ ਨੇ, ਜਿਹੜੇ ਹਮੇਸ਼ਾ ਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਅੰਗ ਸੰਗ ਮੰਨ ਕੇ ਉਹਨਾਂ ਦੇ ਬਚਨਾਂ ਨੂੰ ਹਮੇਸ਼ਾ ਮਨ ਵਿੱਚ ਚੇਤੇ ਰੱਖਦੇ ਨੇ। ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਜਿਹੜੇ ਹਮੇਸ਼ਾ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਿਆਂ ਹੋਇਆਂ ਗੁਰੂ ਪਾਤਸ਼ਾਹ ਦੇ ਬਚਨਾਂ ਤੋਂ ਅਗਵਾਈ ਲੈ ਕੇ ਜੀਵਨ ਜਿਉਂਦੇ ਨੇ। ਮਿੱਥਿਆ ਤਨ ਨਹੀਂ ਪਰ ਉਪਕਾਰਾ, ਮਿੱਥਿਆ ਬਾਸ ਲੇਖ ਵਿਕਾਰਾ। ਕਹਿੰਦੇ ਉਹ ਤਨ ਕਿਸੇ ਕੰਮ ਦਾ ਨਹੀਂ ਜਿਹੜਾ ਪਰਉਪਕਾਰ ਨਹੀਂ ਕਰਦਾ, ਜਿਹਦੇ ਚ ਪਰਉਪਕਾਰ ਦੀ ਭਾਵਨਾ ਨਹੀਂ ਹੈ, ਦੂਸਰੇ ਦੇ ਲੋੜਵੰਦ ਦੇ ਮੁਸ਼ਕਲ ਸਮੇਂ, ਔਖੇ ਸਮੇਂ ਕੰਮ ਆਉਣ ਦੀ ਭਾਵਨਾ ਨਹੀਂ, ਮਦਦ ਕਰਨ ਦੀ ਭਾਵਨਾ ਨਹੀਂ। ਸੋ ਉਹਨਾਂ ਨੂੰ ਛੱਡ ਕੇ, ਕਿਉਂਕਿ
ਉਹ ਉਸ ਤਰ੍ਹਾਂ ਦੇ ਹੋਣਗੇ ਜਿਸ ਤਰ੍ਹਾਂ ਦੇ ਗੁਰੂ ਪਿਤਾ ਦਾ, ਨਿਰੰਕਾਰ ਪਿਤਾ ਦਾ ਬਖਸ਼ਿੰਦਗੀ ਵਾਲਾ ਸੁਭਾਅ ਹੈ। ਲੇਕਿਨ ਬਾਕੀ ਸੰਸਾਰ ਜਿਹੜਾ ਆਪਾਂ ਬਚਨ ਵੀ ਪੜ੍ਹਦੇ ਆ ਕਿ ਸੰਸਾਰੀਆਂ ਦਾ ਤੇ ਨਿਰੰਕਾਰ ਨਾਲ ਪਿਆਰ ਕਰਨ ਵਾਲੇ, ਆਪਾਂ ਨਿਰੰਕਾਰੀ ਕਹਿ ਸਕਦੇ ਹਾਂ ਉਹਨਾਂ ਨੂੰ, ਉਹਨਾਂ ਦਾ ਸੁਭਾਅ ਬਿਲਕੁਲ ਵਿਪਰੀਤ ਹੁੰਦਾ ਹੈ। ਭਗਤਾਂ ਤੈ ਸੰਸਾਰੀ, ਜਿਹਨਾਂ ਨੂੰ ਆਪਾਂ ਭਗਤ ਕਹਿੰਦੇ ਹਾਂ, ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ, ਉਸ ਮਾਲਕ ਨੂੰ ਚੰਗੇ ਲੱਗਦੇ ਨੇ ਕਿਉਂ ਉਹਦੇ ਉਹ ਦਰ ਤੇ ਉਹਦੀ ਸਿਫਤ ਸਲਾਹ ਕਰਦੇ ਆ ਉਹਦੇ ਵਰਗੇ ਗੁਣਾਂ ਦੇ ਧਾਰਨੀ ਹੋ ਜਾਂਦੇ ਨੇ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਏ, ਕਹਿੰਦੇ ਇਸ ਕਰਕੇ ਸੰਸਾਰ ਦਾ ਵਰਤਨ ਵਿਹਾਰ ਤੇ ਉਹਦੇ ਭਗਤਾਂ ਦਾ ਵਰਤਨ ਵਿਹਾਰ ਕਹਿੰਦੇ ਕਦੇ ਇੱਕੋ ਜਿਹਾ ਨਹੀਂ ਹੁੰਦਾ, ਬਿਲਕੁਲ ਆਪੋਜ਼ਿਟ ਹੁੰਦਾ, ਜਿਹਨੂੰ ਆਪਾਂ ਕਹਿੰਦੇ ਪੋਲਸ ਅਪਾਰਟ। ਸੋ ਸੰਸਾਰ ਦਾ ਇਦਾਂ ਦਾ ਵਰਤਨ ਵਿਹਾਰ, ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ, ਦਾਰਾ ਮੀਤ ਪੂਤ ਸੰਬੰਧੀ, ਇਸਤਰੀ ਮਿੱਤਰ ਧੀਆਂ ਪੁੱਤਰ ਰਿਸ਼ਤੇਦਾਰ ਸਗੇ ਸੰਬੰਧੀ ਸਗਰੇ ਧਨ ਸਿਉ ਲਾਗੇ। ਆਪਾਂ ਦੇਖਦੇ ਹਾਂ ਅੱਜ ਕੱਲ੍ਹ ਸੰਸਾਰ ਵਿੱਚ ਰੋਜ਼ ਮੀਡੀਆ ਵਿੱਚ, ਸੋਸ਼ਲ ਮੀਡੀਆ 'ਚ ਕੋਈ ਨਾ ਕੋਈ 1 2 4 ਘਟਨਾਵਾਂ ਵਾਪਰਦੀਆਂ ਤੇ ਬਹੁਤ ਜ਼ਿਆਦਾ ਨਹੀਂ, ਸਾਹਮਣੇ ਅੱਖਾਂ ਦੇ ਸਾਹਮਣੇ ਸਾਡੇ ਨਜ਼ਰ ਵਿੱਚ ਮੀਡੀਆ ਵਿੱਚ ਟਾਮੀਆਂ ਆਉਂਦੀਆਂ ਨੇ ਕਿ ਜਿਹੜੇ ਮਾਂ ਪਿਓ ਆਪ ਭੁੱਖੇ ਰਹਿ ਕੇ, ਆਪ ਥੋੜੀ ਖਾ ਕੇ, ਆਪ ਸਧਾਰਨ ਸਾਦੇ ਕੱਪੜੇ ਪਾ ਕੇ ਆਪਣੇ ਬੱਚਿਆਂ ਨੂੰ ਚੰਗੇ ਕੱਪੜੇ ਮੁਹੱਈਆ ਕਰਾਉਂਦੇ ਨੇ, ਚੰਗਾ ਖਾਣ ਪੀਣ ਦਾ, ਪਹਿਨਣ ਦਾ ਪਦਾਰਥ ਦਿੰਦੇ ਨੇ, ਭੋਜਨ ਦਿੰਦੇ ਨੇ, ਉਹਨਾਂ ਦੀ ਆਪ ਔਖੇ ਹੋ ਕੇ ਵੀ ਆਪਣੇ ਮਨ ਦੀਆਂ ਬਹੁਤ ਸਾਰੀਆਂ ਵਾਜਬ ਇੱਛਾਵਾਂ ਨੂੰ ਮਾਰ ਕੇ ਦਬਾ ਕੇ ਵੀ ਆਪਣੇ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ, ਉਹਨਾਂ ਨੂੰ ਚੰਗੀ ਵਿੱਦਿਆ ਦਿਵਾਉਂਦੇ ਨੇ। ਜਦੋਂ ਉਹ ਬਿਰਧ ਹੋ ਜਾਂਦੇ ਨੇ ਤੇ ਜਦੋਂ ਉਹ ਸਰੀਰ ਕਰਕੇ ਔਰ ਆਪਣੇ ਆਰਥਿਕ ਸਰੋਤਾਂ ਕਰਕੇ ਬਿਲਕੁਲ ਟੋਟਲੀ ਉਹਨਾਂ ਬੱਚਿਆਂ ਤੇ ਨਿਰਭਰ ਹੋ ਜਾਂਦੇ ਨੇ, ਉਸ ਵੇਲੇ ਉਹਨਾਂ ਬਜ਼ੁਰਗ ਮਾਪਿਆਂ ਦੀ, ਬਿਰਧ ਮਾਪਿਆਂ ਦੀ ਸੇਵਾ ਸੰਭਾਲ ਵੀ 2 2 3 3 ਧੀਆਂ ਪੁੱਤਰਾਂ ਤੋਂ ਵੀ ਨਹੀਂ ਹੁੰਦੀ। ਜਾਂ ਤਾਂ ਉਹਨਾਂ ਲਈ ਨਰਸਿੰਗ ਅਟੈਂਡੈਂਟ ਰੱਖ ਦਿੰਦੇ ਆਪਾਂ, ਜਾਂ ਉਹਨਾਂ ਨੂੰ ਸੋਚਦੇ ਆ ਵੀ ਬਿਰਧ ਘਰ ਵਿੱਚ ਛੱਡ ਆਈਏ, ਉੱਥੇ ਪੈਸੇ ਭੇਜ ਦਿਆ ਕਰਾਂਗੇ, ਉਹ ਆਪੇ ਸੇਵਾ ਸੰਭਾਲ ਕਰਦੇ ਰਹਿਣਗੇ। ਸੋ ਇਸ ਤਰ੍ਹਾਂ ਦੇ ਸੰਬੰਧ ਰਿਸ਼ਤੇ ਸੱਚਮੁੱਚ ਸੰਸਾਰ 'ਚ ਵਾਪਰ ਰਹੇ ਨੇ। ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ, ਕਹਿੰਦੇ ਔਖਾ ਸਮਾਂ ਆਉਂਦੇ ਹੀ, ਆਰਥਿਕ ਤੌਰ ਤੇ ਮੁਸ਼ਕਲ ਆਉਂਦੇ ਹੀ, ਕਹਿੰਦੇ ਇਹ ਸਾਰੇ ਪਿੱਠ ਦੇ ਕੇ, ਮੂੰਹ ਮੋੜ ਕੇ, ਸਾਥ ਛੱਡ ਕੇ ਭੱਜ ਜਾਂਦੇ ਨੇ। ਹਾਂਜੀ ਅਗਲਾ ਪੈਦਾ ਕਰ ਦਿਓ ਜੀ ਡਿਸਪਲੇ ਜੀ, ਅਗਲਾ ਸ਼ਬਦ ਡਿਸਪਲੇ ਕਰ ਦਿਓ ਜੀ। ਕਹੋ ਕਹਾ या मन बौरे को इनस्यों नेह लगाए, ਕਹਿੰਦੇ ਇਸ ਕਮਲੇ ਮਨ ਨੂੰ ਮੈਂ ਕੀ ਕਹਾਂ, ਕਿਵੇਂ ਸਮਝਾਵਾਂ, ਇਹ ਜਾਣਦਿਆਂ ਹੋਇਆਂ ਵੀ ਕਿ ਸੰਸਾਰ ਦੇ ਰਿਸ਼ਤੇ ਸੰਬੰਧਾਂ ਦਾ ਇਸ ਤਰ੍ਹਾਂ ਦਾ ਵਰਤਨ ਵਰਤਾਰ ਰਹਿਣਾ ਹੈ। ਕਹਿੰਦੇ ਆ ਮਨ ਫੇਰ ਵੀ ਉਹਨਾਂ ਵੱਲ ਖਿੱਚ ਕਰਦਾ, ਉਹਨਾਂ ਨਾਲ ਜੁੜਦਾ, ਉਹਨਾਂ ਨਾਲ ਪ੍ਰੀਤ ਲਗਾਉਂਦਾ, ਤੇ ਜਿਸ ਨਾਲ ਪ੍ਰੀਤ ਲਗਾਉਣੀ ਉਸ ਨਾਲ ਲਗਾਉਂਦਾ ਨਹੀਂ। ਕਹੋ ਕਹਾ ਜਾਂ ਮਨ ਬੌਰੇ ਕੋ, ਕਹਿੰਦੇ ਇਸ ਬੌਰੇ ਕੰਬਲੇ ਪਾਗਲ ਮਨ ਨੂੰ ਮੈਂ ਕੀ ਸਮਝਾਵਾਂ, ਕਿਵੇਂ ਸਮਝਾਵਾਂ ਕਿ ਜਿਹੜੇ ਸੰਬੰਧੀ ਔਖੇ ਸਮੇਂ ਤੇ ਮੂੰਹ ਮੋੜਨ ਵਾਲੇ ਨੇ ਬਹੁਤੇ, ਕਹਿੰਦੇ ਉਹਨਾਂ ਨਾਲ ਹੀ ਪ੍ਰੀਤ ਪਾਉਂਦਾ, ਉਹਨਾਂ ਨਾਲ ਹੀ ਪ੍ਰੀਤ ਨਿਭਾਉਣ ਦਾ ਯਤਨ ਕਰਦਾ ਤੇ ਉਸ ਮਾਲਿਕ ਨਾਲ ਪ੍ਰੀਤ ਨਹੀਂ ਪਾਉਂਦਾ। ਆਦ ਅੰਤ ਜਿਉ ਰਾਖਣ ਹਾਰ ਤਿਸਿਉ ਪ੍ਰੀਤ ਨਾ ਕਰੇ ਗਵਾਰ, ਕਹਿੰਦੇ ਗਵਾਰ ਹੈ, ਕੰਬਲਾ ਹੈ, ਬੌਰਾ ਹੈ, ਤੇ ਜਿਹੜਾ ਆਦ ਤੋਂ ਅੰਤ ਤੱਕ ਹਮੇਸ਼ਾ ਸਹਾਈ ਹੈ, ਜਿਹਨੇ ਮਦਦ ਨੇ ਕਦੇ ਮੂੰਹ ਨਹੀਂ ਮੋੜਨਾ, ਔਰ ਜਿਹੜਾ ਸਦਾ ਕਾਇਮ ਰਹਿਣਾ। ਇਹ ਸੰਬੰਧੀ ਤਾਂ ਅੱਜ ਹੈ ਨੇ, ਅਗਲੇ ਪਲ ਹੈ ਨੇ ਕਿ ਨਹੀਂ ਹੈ ਨੇ ਕਹਿ ਨਹੀਂ ਸਕਦੇ। ਅੱਜ ਪਿਆਰ ਬਣਿਆ, ਕੱਲ ਨੂੰ ਨਾਰਾਜ਼ਗੀ ਹੋ ਸਕਦੀ ਹੈ। ਅੱਜ ਬਹੁਤ ਨੇੜਤਾ, ਕੱਲ ਨੂੰ ਇਹੀ ਦੁਸ਼ਮਣਾਂ ਵਾਂਗ ਵਿਹਾਰ ਕਰ ਸਕਦੇ ਨੇ। ਕਹਿੰਦੇ ਉਹਨਾਂ ਨਾਲ ਫੇਰ ਵੀ ਨੀਹ ਲਗਾਉਣ ਦਾ ਯਤਨ ਕਰਦਾ, ਉਹਨਾਂ ਨਾਲ ਨਿਭਾਉਣ ਦੀਆਂ ਯਤਨ ਕਰਦਾ ਆਪਣੀਆਂ ਪ੍ਰੀਤ। ਕਹੋ ਕਹਾ ਜਾਂ ਮਨ ਬੌਰੇ ਕੋ ਇਨਸਿਉ ਨੇਹ ਲਗਾਇਓ, ਦੀਨਾਨਾਥ ਸਕਲ ਭੈ ਭੰਜਨ ਜਸ ਤਾਂ ਕੋ ਬਿਸਰਾਇਓ, ਕਹਿੰਦੇ ਜਿਹੜਾ ਨਿਮਾਣਿਆਂ ਦਾ, ਦੀਨਾਂ ਦਾ ਮਾਲਕ ਹੈ,
ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਲਾ ਹੈ, ਉਹਨਾਂ ਦੀ ਮਦਦ ਕਰਨ ਵਾਲਾ ਹੈ, ਸਕਲ ਭੈ ਭੰਜਨ ਔਰ ਹਰ ਕਿਸਮ ਦੇ ਭੈ ਤੋਂ, ਡਰ ਤੋਂ ਨਿਜਾਤ ਦਿਵਾਉਣ ਵਾਲਾ ਹੈ, ਖਲਾਸੀ ਕਰਾਉਣ ਵਾਲਾ ਹੈ, ਮੁਕਤੀ ਦਿਵਾਉਣ ਵਾਲਾ ਹੈ। ਕਹਿੰਦੇ ਉਹਦਾ ਜਸ ਨਹੀਂ ਗਾਉਂਦਾ, ਜਸ ਤਾਂ ਕੋ ਵਿਸਰਾਇਓ, ਉਹਦੀ ਸਿਫਤ ਸਲਾਹ ਨੂੰ, ਉਹਦੀ ਬੰਦਗੀ ਨੂੰ, ਉਹਦੇ ਸਿਮਰਨ ਨੂੰ ਵਿਸਾਰੀ ਬੈਠਾ। ਉਹਦੇ ਵਾਲੇ ਪ੍ਰੀਤ ਪਾਉਣ ਦੇ ਪਾਸੇ ਕਦੇ ਧਿਆਨ ਨਹੀਂ ਆਉਂਦਾ। ਤੇ ਜਿਨ੍ਹਾਂ ਨੇ ਮੂੰਹ ਮੋੜ ਲੈਣੇ ਨੇ, ਜਿਨ੍ਹਾਂ ਨੇ ਔਖੇ ਸਮੇਂ ਪਿੱਠ ਦੇ ਜਾਣੀ ਹੈ, ਕਹਿੰਦੇ ਉਹਨਾਂ ਨਾਲ ਬਹੁਤ ਜ਼ਿਆਦਾ ਨੇੜਤਾ, ਬਹੁਤ ਜ਼ਿਆਦਾ ਮੋਹ ਪ੍ਰੀਤ ਪਾਈ ਬੈਠਾ ਹੈ। ਇਹ ਸ੍ਰੀ ਸਾਹਿਬ ਬਖਸ਼ਿਸ਼ ਕਰਦੇ ਨੇ, ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾ। ਕਹਿੰਦੇ ਉਸ ਮਾਲਕ ਨੂੰ ਛੱਡ ਕੇ ਹੋਰਾਂ ਨਾਲ, ਜਿਨ੍ਹਾਂ ਨਾਲ ਵੀ ਆਪਾਂ ਪ੍ਰੀਤ ਪਾਉਣੀ ਹੈ, ਕਹਿੰਦੇ ਉਹਨੇ ਕਾਲਖ ਦੇ ਰੂਪ ਦੇ ਵਿੱਚ ਦਾਗ ਦੇਣੇ ਹੈ। ਤੇ ਮਾਲਿਕ ਦੀ ਪ੍ਰੀਤ ਨੇ ਅੰਦਰ ਦੀ ਬਾਹਰ ਦੀ ਸਭ ਕਾਲਖ ਨੂੰ ਖਤਮ ਕਰਕੇ ਤਨ ਮਨ ਨੂੰ, ਕਰਨੀ ਨੂੰ ਨਿਰਮਲ ਕਰਨਾ, ਉਜਲਾ ਕਰਨਾ। ਸੋ ਉਜਲੇ ਕਰਨ ਵਾਲੇ ਪਾਸੇ ਉਸ ਮਾਲਕ ਦੇ ਨਾਲ ਸੰਬੰਧ ਨਹੀਂ ਬਣਾਉਂਦਾ। ਤੇ ਸੰਸਾਰ ਤੋਂ ਜਿਸ ਤੋਂ ਮੋਹ ਮਾਇਆ ਦੀ, ਗਿਲਿਆਂ ਸ਼ਿਕਵਿਆਂ ਦੀ, ਰੋਸਿਆਂ ਦੀ, ਇਹਨਾਂ ਦੀ ਕਾਲਖ ਮਿਲਣੀ ਹੈ, ਕਹਿੰਦੇ ਉਸ ਪਾਸੇ ਬਹੁਤ ਨਹੀਂ ਲਗਾਇਆ, ਉਸ ਪਾਸੇ ਬਹੁਤ ਯਤਨਸ਼ੀਲ ਹੈ। ਹਾਂਜੀ, ਉਹ ਆਖਰੀ ਪਤਾ ਕਰ ਦਿਓ ਜੀ। ਲੇਕਿਨ ਇਹ ਮਨ ਬੌਰਾ, ਇਹ ਸਮਝਦਾ ਨਹੀਂ। ਫਿਰ ਵੀ ਰੋਜ਼ ਸੁਣਦਾ ਸਾਹਿਬਾਂ ਦੇ ਬਚਨ ਆਪਾਂ ਪੜ੍ਹਦੇ ਹਾਂ ਵੀ ਮਨ ਮੂਰਖ ਅਜਹੂ ਨਹਿ ਸਮਝਤ, ਸਿੱਖ ਦੈ ਹਾਰਿਓ ਨੀਤ। ਕਹਿੰਦੇ ਇਸ ਮਨ ਨੂੰ ਸਿੱਖਿਆ ਦੇ ਦੇ ਕੇ, ਸਮਝਾ ਸਮਝਾ ਕੇ ਮੈਂ ਹਾਰ ਗਿਆ, ਥੱਕ ਗਿਆ। ਪਰ ਕਹਿੰਦੇ ਬੜਾ ਢੀਠਾ, ਸੁਣ ਵੀ ਲੈਂਦਾ, ਪੜ੍ਹ ਵੀ ਲੈਂਦਾ, ਪਰ ਕਰਦਾ ਆਪਣੀ ਹੈ ਔਰ ਗੁਰੂ ਦੀ ਮਤ ਨੂੰ ਗ੍ਰਹਿਣ ਨਹੀਂ ਕਰਦਾ। ਕਹਿੰਦੇ ਇਸ ਤਰ੍ਹਾਂ ਦਾ ਇਹਦਾ ਵਿਹਾਰ ਹੈ। ਬੜੀ ਸੁੰਦਰ ਮਿਸਾਲ ਦਿੱਤੀ ਸਾਹਿਬਾਂ ਨੇ, ਸਵਾਨ ਪੂਛ ਜਿਉ ਭਇਓ ਨਾ ਸੂਧੋ, ਬਹੁਤ ਯਤਨ ਮੈਂ ਕੀਨੋ, ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰੋ ਲੀਨੋ। ਸਵਾਨ ਆਖਦੇ ਨੇ ਕੁੱਤੇ ਨੂੰ, ਸਵਾਨ ਪੂਛ ਜਿਉ ਭਇਓ ਨਾ ਸੂਧੋ। ਜਿਵੇਂ ਕੁੱਤੇ ਦੀ ਪੂੰਛ ਨੂੰ ਭਾਵੇਂ ਕਿਸੇ ਬੰਸਰੀ ਵਿੱਚ, ਭਾਵੇਂ ਕਿਸੇ ਪਾਈਪ ਦੇ ਵਿੱਚ, ਭਾਵੇਂ ਕਿਸੇ ਬਾਂਸ ਦੇ ਸਿੱਧੀ ਨਲਕੇ 'ਚ ਕਿਸੇ 'ਚ ਪਾ ਦਿਓ, ਲੰਮੇ ਸਮੇਂ ਤੱਕ ਪਾ ਕੇ ਰੱਖੋ, ਵੀ ਸ਼ਾਇਦ ਜਦੋਂ ਕੱਢਾਂਗੇ ਲੰਮੇ ਸਮੇਂ ਬਾਅਦ ਤਾਂ ਸਿੱਧੀ ਹੋ ਜਾਏਗੀ। ਕਹਿੰਦੇ ਉਹਦਾ ਸੁਭਾਅ ਹੈ, ਉਹਨੇ ਸਿੱਧੀ ਹੋਣਾ ਨਹੀਂ। ਕਹਿੰਦੇ ਇਹ ਮਨ ਦਾ ਲਗਭਗ ਆਦਤ ਇਸ ਤਰ੍ਹਾਂ ਦੀ ਹੈ। ਕਹਿੰਦੇ ਮੇਰਾ ਮਨ ਜਿਹੜਾ ਬੌਰਾ ਕਮਲਾ, ਕਹਿੰਦੇ ਕੁੱਤੇ ਦੀ ਪੂੰਛ ਵਰਗਾ ਹੈ। ਕਹਿੰਦੇ ਜਿਵੇਂ ਕੁੱਤੇ ਦੀ ਪੂੰਛ ਨੂੰ ਲੰਮਾ ਸਮਾਂ ਵੀ ਕਿਸੇ ਸਿੱਧੇ ਪਾਈਪ ਦੇ ਵਿੱਚ, ਨਲਕੀ ਵਿੱਚ ਪਾਈ ਰੱਖੋ, ਕਹਿੰਦੇ ਉਹ ਬਾਹਰ ਕੱਢਣ ਤੇ ਫਿਰ ਵੀ ਟੇਢੀ ਦੀ ਟੇਢੀ ਰਹਿੰਦੀ। ਕਹਿੰਦੇ ਇਸ ਤਰ੍ਹਾਂ ਮੈਂ ਇਸ ਮਨ ਨੂੰ, ਇਸ ਕੁੱਤੇ ਦੀ ਪੂੰਛ ਵਰਗੇ ਢੀਠ ਮਨ ਨੂੰ, ਜਿਹੜਾ ਟੇਢੇ ਮੇਢੇ ਰਾਹਾਂ ਤੇ ਤੁਰਦਾ, ਸਿੱਧੇ ਰਾਹ ਤੇ ਗੁਰੂ ਦੇ ਦੱਸੇ ਨਹੀਂ ਤੁਰਦਾ, ਕਹਿੰਦੇ ਮੈਂ ਬੜਾ ਆਪਣੀ ਮਤ ਅਨੁਸਾਰ, ਸਮਝ ਅਨੁਸਾਰ ਸਿੱਧਾ ਕਰਨ ਦਾ ਯਤਨ ਕੀਤਾ, ਪਰ ਸਿੱਧਾ ਨਹੀਂ ਹੋਇਆ। ਕਹਿੰਦੇ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਤੁਸੀਂ ਕਿਰਪਾ ਕਰੋ, ਰਹਿਮਤ ਕਰੋ, ਆਪਣੇ ਬਿਰਦ ਦੀ ਲਾਜ ਰੱਖੋ ਕਿ ਮੈਂ ਹੁਣ ਤੁਹਾਡੇ ਦਰ ਤੇ, ਤੁਹਾਡੇ ਦਰ ਦਾ ਸੇਵਕ ਬਣ ਕੇ ਆਇਆ। ਮੇਰਾ ਪਿਛੋਕੜ ਕਿਹੋ ਜਿਹਾ ਵੀ ਹੈ, ਮੇਰੀ ਪਿਛਲੀ ਕਰਨੀ ਜਿਹੋ ਜਿਹੀ ਵੀ ਮਾੜੀ ਹੈ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਮੈਨੂੰ ਇਹ ਚਿੰਤਾ ਸਤਾ ਰਹੀ ਹੈ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ। ਤੇ ਮੇਰੀ ਸੰਗਤ ਜਿਹੜੀ ਹੈ ਪਿਛਲੀ ਮਾੜੀ ਰਹੀ ਹੈ, ਮੇਰੇ ਕਰਮ ਵੀ ਮਾੜੇ ਰਹੇ ਨੇ, ਮੇਰੀ ਕਰਨੀ ਵੀ ਮਾੜੀ ਰਹੀ ਹੈ, ਔਰ ਉਹਨਾਂ ਕਰਕੇ ਮੈਨੂੰ ਕੀ ਸਜ਼ਾ ਮਿਲੇਗੀ। ਹਰ ਹਰ ਕੰਪੈ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ। ਕਿ ਜਦੋਂ ਉਸ ਮਾਲਕ ਸਾਹਮਣੇ ਪੇਸ਼ੀ ਹੋਣੀ ਹੈ, ਹਾਜ਼ਰੀ ਹੋਣੀ ਹੈ, ਮੇਰੇ ਕੀਤੇ ਹੋਏ ਚੰਗੇ ਮਾੜੇ ਕੰਮਾਂ ਦਾ ਲੇਖਾ ਜੋਖਾ ਹੋਣਾ ਹੈ, ਉਹ 'ਚ ਤਾਂ ਸਭ ਮਾੜੇ ਕੰਮ ਹੀ ਨਿਕਲਣੇ ਆ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਪਾਉ, ਡੁੱਬਦੇ ਪੱਥਰ ਤਾਰੇ। ਸੋ ਮੈਂ ਆਪਣੀ ਮਤ ਅਨੁਸਾਰ ਬੜਾ ਯਤਨ ਕੀਤਾ, ਸਮਝ ਸਮਰੱਥਾ ਅਨੁਸਾਰ, ਪਰ ਇਹ ਮਨ ਜਿਹੜਾ ਹੈ ਇਹ ਸਿੱਧੇ ਰਾਹ ਤੇ ਤੁਰਦਾ ਨਹੀਂ। ਹੁਣ ਤੁਹਾਡੇ ਦਰ ਆਏ ਹੈ, ਤੁਹਾਡੇ ਦਰ ਤੇ ਢਹਿ ਪਿਆ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਹ ਤੁਹਾਡਾ ਸੁਭਾਅ ਹੈ।
ਕਿ ਜਿਹੜਾ ਤੁਹਾਡੇ ਦਰ ਤੇ ਨਿਮਾਣਾ ਹੋ ਕੇ ਢਹਿ ਪੈਂਦਾ ਹੈ, ਜਾਚਕ ਹੋ ਕੇ ਢਹਿ ਪੈਂਦਾ ਹੈ, ਤੁਸੀਂ ਮੈਲੇ ਕੁਚੈਲਿਆਂ ਨੂੰ ਵੀ ਚੁੱਕ ਕੇ ਗਲੇ ਲਗਾ ਲੈਂਦੇ ਹੋ ਤੇ ਨਿਰਮਲ ਕਰ ਦਿੰਦੇ ਹੋ। ਜਿਸ ਨੀਚ ਕੋ ਕੋਏ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਾਨੈ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰੇ। ਤੁਹਾਡੀ ਬਿਰਧ ਬਾਣੇ ਦੀ ਆਪਣੇ ਦੀ ਲਾਜ ਰੱਖੋ, ਆਪਣੇ ਸੁਭਾਅ ਦੀ। ਤੇ ਜਿਵੇਂ ਤੁਸੀਂ ਨਿਮਾਣਿਆਂ ਨਿਤਾਣਿਆਂ ਔਗਣਾ ਭਰਿਆਂ ਨੂੰ ਗਲੇ ਲਗਾ ਲੈਂਦੇ ਹੋ ਤੇ ਉਹਨਾਂ ਦੇ ਔਗਣਾ ਤੋਂ ਛੁਟਕਾਰਾ ਦਵਾ ਦਿੰਦੇ ਹੋ, ਮੈਨੂੰ ਵੀ ਮੈਂ ਆਪਣੇ ਯਤਨ ਉਦਮਾਂ ਕਰਕੇ ਹਾਰ ਗਿਆ, ਥੱਕ ਗਿਆ। ਮੈਂ ਇਸ ਮਨ ਨੂੰ ਸਿੱਧੇ ਰਾਹ ਨਹੀਂ ਪਾ ਸਕਿਆ। ਤੁਹਾਡੇ ਦਰ ਆਇਆ, ਹੁਣ ਤੁਹਾਡੇ ਨਾਮ ਦੀ ਟੇਕ ਲਈ ਹੈ, ਤੁਹਾਡੇ ਬਚਨਾਂ ਦੀ, ਤੁਹਾਡੇ ਉਪਦੇਸ਼ ਦੀ, ਤੁਹਾਡੀ ਬਾਣੀ ਦਾ ਆਸਰਾ ਤੱਕ ਕੇ ਮੈਂ ਬੜੀ ਉਮੀਦ ਨਾਲ ਆਸ ਨਾਲ ਆਇਆ। ਤੇ ਤੁਸੀਂ ਕਿਰਪਾ ਕਰਕੇ ਰਹਿਮਤ ਕਰਕੇ ਆਪਣੇ ਸੁਭਾਅ ਦੀ ਆਪਣੇ ਬਿਰਦ ਦੀ ਲਾਜ ਰੱਖਦੇ ਹੋਏ ਮੈਨੂੰ ਵੀ ਨਿਮਾਣੇ ਨੂੰ ਨਿਤਾਣੇ ਨੂੰ ਕੁਚਲ ਕਠੋਰ ਕਪਟ ਕਾਮੀ ਨੂੰ ਕੁਚਲ ਕਠੋਰ ਕਪਟ ਕਾਮੀ ਜੋ ਜਾਣੇ ਕਿਉ ਤਾਰ ਸੁਆਮੀ। ਤੁਸੀਂ ਸਮਰੱਥ ਹੋ, ਤੂੰ ਸਮਰੱਥ ਸ਼ਰਨ ਜੋਗ, ਤੂੰ ਰਾਖੇ ਆਪਣੀ ਕਲ ਧਾਰ। ਜਾਪ ਤਾਪ ਨੇਮ ਸਤਸੰਗ ਨਾਹੀ, ਇਨ ਵਿਦੇ ਛੁਟਕਾਰ। ਗਰਤ ਘੋਰ ਅੰਧ ਤੇ ਕਾਂਢੋ ਪ੍ਰਭ ਨਾਨਕ ਨਦਰ ਨਿਹਾਰ। ਜਿਹੜਾ ਮੈਂ ਔਗਣਾ ਦੀ ਵਿਸ਼ੇ ਵਿਕਾਰਾਂ ਦੀ ਖੱਡ ਵਿੱਚ ਡਿੱਗਿਆ ਹੋਇਆ, ਤੁਸੀਂ ਆਪ ਮੇਰੀ ਰਹਿਮ ਕਰਕੇ ਤਰਸ ਕਰਕੇ ਦਇਆ ਕਰਕੇ ਬਾਹ ਫੜ ਕੇ ਮੈਨੂੰ ਉਹਦੇ ਚੋਂ ਕੱਢ ਲਓ। ਉਜਵਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹੋ ਅੰਗੁਰੀਆ। ਕਿ ਮੈਂ ਵਿਸ਼ੇ ਵਿਕਾਰਾਂ ਦੀ ਕੁਸੰਗ ਦੀ ਖੱਡ ਵਿੱਚ ਡਿੱਗਿਆ ਹੋਇਆ ਹੈ, ਤੁਸੀਂ ਸਮਰੱਥ ਹੋ। ਤੁਸੀਂ ਮੈਨੂੰ ਉਸ ਚਿੱਕੜ ਵਿੱਚੋਂ, ਉਸ ਮੋਹ ਮਾਇਆ ਦੇ ਪਦਾਰਥਾਂ ਵਿੱਚੋਂ, ਕੁਸੰਗ ਵਿੱਚੋਂ ਆਪ ਹੱਥ ਦੇ ਕੇ ਆਪਣੇ ਬਿਰਧ ਬਾਣੇ ਦੀ ਲਾਜ ਰੱਖਦੇ ਹੋਏ ਕਰ ਲਓ। ਮੈਂ ਤੁਹਾਡੇ ਨਾਮ ਦੀ, ਤੁਹਾਡੇ ਦਰ ਕਰਦੀ ਹੀ ਮੈਨੂੰ ਟੇਕ ਤੇ ਆਸਰਾ ਹੈ। ਸੋ ਆਪਾਂ ਸਾਰਿਆਂ ਨੇ ਵੀ ਆਪਣੇ ਅੰਦਰ ਝਾਤ ਮਾਰਦੇ ਰਹਿਣਾ ਔਰ ਆਪਣੀ ਵਿਅਥਾ ਬੇਨਤੀ ਦੇ ਰੂਪ ਦੇ ਵਿੱਚ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ, ਗੁਰੂ ਦੇ ਸ਼ਬਦ ਦੀ ਅਗਵਾਈ ਵਿੱਚ, ਉਹਦੇ ਚਾਨਣ ਵਿੱਚ, ਗਿਆਨ ਵਿੱਚ ਗੁਰੂ ਪਾਤਸ਼ਾਹ ਅੱਗੇ ਆਪਣੀ ਵਿਅਥਾ ਨੂੰ ਕਹਿਣਾ, ਉਹਨਾਂ ਕੋਲੋਂ ਮਦਦ ਮੰਗਣੀ ਹੈ ਕਿ ਹਰ ਪਲ ਹਰ ਛਿਨ ਅਸੀਂ ਬੱਚੇ ਹਾਂ, ਮੁਬਾਰਕ ਮੁਗਧ ਇਆਨ ਪਿਤਾ ਸਮਝਾਵੇਂਗੇ, ਪ੍ਰਭ ਕੀਜੈ ਕਿਰਪਾ ਨਿਧਾਨ। ਪ੍ਰਭ ਮੋਹੇ ਕਬ ਗਲ ਲਾਵੇਂਗੇ। ਤੁਸੀਂ ਮੈਨੂੰ ਵੀ ਗਲੇ ਲਗਾ ਲਓ ਔਰ ਗੁਰੂ ਪਾਤਸ਼ਾਹ ਰਹਿਮਤ ਕਰਨਗੇ, ਬਖਸ਼ਿਸ਼ ਕਰਨਗੇ। ਸਾਨੂੰ ਸਾਰਿਆਂ ਨੂੰ ਆਪਣੇ ਪਿਆਰ ਭਰੀ ਗਲਵਕੜੀ 'ਚ ਲਵਾ ਕੇ ਨਿਵਾਜ ਕੇ ਸਾਡੇ ਔਗਣਾ ਨੂੰ ਨਾ ਚਿਤਾਰਦੇ ਹੋਏ ਆਪਣੇ ਦਰ ਕਰਕੇ ਕਬੂਲ ਕਰਨ ਦੇ ਲਾਇਕ ਬਣਾ ਲੈਣਗੇ। ਸੋ ਇਹ ਸੰਖੇਪ ਦੀਆਂ ਵਿਚਾਰਾਂ ਅਲਪ ਨਾਲ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕੀਤਾ। ਵਿਚਾਰਾਂ ਕਰਦੇ ਹਾਂ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਵਗਿਆ ਹੋਈਆਂ ਹੋਣਗੀਆਂ, ਅਣਜਾਣ ਮੂਰਖ ਜਾਣ ਕੇ ਬਖਸ਼ ਲੈਣੀਆਂ। ਤਰਸ ਕਰਕੇ ਇਹ ਅਸੀਸ ਬਖਸ਼ਿਸ਼ ਕਰਨਾ ਪਾਤਸ਼ਾਹ ਨੇ ਜਿਨ੍ਹਾਂ ਬਚਨਾਂ ਦੀ ਰਹਿਮਤ ਕਰਕੇ ਆਪ ਨਾਲ ਸਾਂਝ ਕਰਾਈ ਹੈ, ਉਹਨਾਂ ਬਚਨਾਂ ਤੇ ਦਾਸ ਦਾ ਵੀ ਅਮਲ ਹੋਵੇ ਤੇ ਆਖਰੀ ਸਵਾਸ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਕੀ ਸੰਗਤ ਦੇ ਚਰਨ ਪਰਸਦੇ ਰਹਿਣ ਦਾ ਸੁਭਾਗ ਸਮਾਂ ਪਾਤਸ਼ਾਹ ਬਖਸ਼ਿਸ਼ ਕਰਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹੋਏ ਫਤਿਹ ਦੀ ਸਾਂਝ ਕਰਦਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।